ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਅੱਜ ਆਪਾਂ ਫੇਰ ਨੌਜਵਾਨ ਪੀੜ੍ਹੀ ਲਈ ਇੱਕ ਹੌਸਲੇ ਦੀ ਗੱਲਬਾਤ ਕਰਾਂਗੇ। ਮੇਰੇ ਨਾਲ ਜਗਦੀਪ ਸਹਿਗਲ ਜੀ ਨੇ, ਜਿਹੜੇ ਅਸਿਸਟੈਂਟ ਕਮਿਸ਼ਨਰ GST ਲੁਧਿਆਣਾ 1 ਨੇ। ਉਹਨਾਂ ਨੇ ਬਹੁਤ ਛੋਟੀ ਉਮਰ 'ਚ 25 ਸਾਲਾਂ 'ਚ ਹੀ PCS ਦਾ ਜਿਹੜਾ ਐਗਜ਼ਾਮ ਹੈ ਉਹ ਕਲੀਅਰ ਕਰ ਲਿਆ ਸੀ। ਕਿਵੇਂ ਇਹ ਸਾਰਾ ਕੁਛ ਹੋਇਆ? 25 ਸਾਲ ਦੇ ਅਸੀਂ ਕਈ ਵਾਰੀ ਆਈਡੀਆਜ਼ ਲੱਭਦੇ ਹਾਂ, ਆਪਦੇ ਆਪ ਨੂੰ ਗੋਲ ਸਪਸ਼ਟ ਨਹੀਂ ਹੁੰਦੇ। ਸਾਰੀਆਂ ਚੀਜ਼ਾਂ 'ਤੇ ਸਵਾਲ ਅਤੇ ਜਵਾਬ ਲਵਾਂਗੇ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ? ਠੀਕ ਹੋ? ਸਹਿਗਲ ਸਾਹਿਬ, ਕਿਵੇਂ ਲੱਗਿਆ ਜਦੋਂ 25 ਸਾਲ ਦੀ ਉਮਰ 'ਚ ਤੁਸੀਂ PCS ਦਾ ਜਿਹੜਾ ਐਗਜ਼ਾਮ ਹੈ ਜਾਂ PCS ਲੱਗ ਗਿਆ ਤੁਹਾਡੇ ਨਾਂ ਦੇ ਨਾਲ, ਕਿਵੇਂ ਮਹਿਸੂਸ ਹੋਇਆ? ਇੱਕ ਮੈਂ ਆਪਣਾ ਦੱਸਦਾ, ਇੱਕ ਆਪਣੇ ਦੋਸਤਾਂ ਦਾ ਅਤੇ ਪਰਿਵਾਰ ਦਾ ਦੱਸਦਾ ਜੀ। ਸੋ ਜਦੋਂ ਤੁਸੀਂ ਤਿਆਰੀ ਕਰ ਰਹੇ ਹੁੰਦੇ ਹੋ, ਸਾਰਿਆਂ ਨੂੰ ਹੁੰਦਾ ਕਿ ਮੁੰਡਾ ਭਰਾ ਮਿਹਨਤ ਕਰ ਰਿਹਾ। ਅਤੇ ਜਦੋਂ ਜਿਸ ਦਿਨ ਇੰਟਰਵਿਊ ਦਾ ਰਿਜ਼ਲਟ ਆਉਣਾ ਸੀਗਾ ਅਤੇ ਮਾਈਂਡ 'ਤੇ ਸਟ੍ਰੈਸ ਤਾਂ ਹੁੰਦਾ ਹੀ, ਅੱਜ ਰਿਜ਼ਲਟ ਆਉਣਾ, ਕੋਈ ਵੀ ਰਿਜ਼ਲਟ ਆਵੇ। ਬਿਲਕੁਲ ਜੀ। ਮੈਂ ਪੰਜਾਬ ਯੂਨੀਵਰਸਿਟੀ ਪੜ੍ਹਦਾ ਸੀ ਜੀ, ਅਤੇ ਉੱਥੇ ਗਰਾਊਂਡ 'ਚ ਜੋਗਿੰਗ ਕਰ ਰਿਹਾ ਸੀ ਸ਼ਾਮੀ, ਬਿਕੋਜ਼ ਸਟ੍ਰੈਸ ਹੋ ਰਿਹਾ ਸੀਗਾ। ਮੈਂ ਗਰਾਊਂਡ ਚਲਾ ਗਿਆ। ਮੇਰਾ ਜਿਹੜਾ ਰੂਮਮੇਟ ਸੀਗਾ, ਜਿਹਨੇ ਕਾਫੀ ਸਾਥ ਦਿੱਤਾ ਮੇਰਾ 1.5-2 ਸਾਲ ਤਿਆਰੀ ਦੇ ਟਾਈਮ 'ਤੇ, ਉਹਦੇ ਐਕਸੀਡੈਂਟ ਹੋ ਗਿਆ ਸੀ। ਹੀ ਵਾਜ਼ ਵਾਕਿੰਗ ਵਿਦ ਅ ਸਟਿਕ, ਅਤੇ ਉਹਦੀ ਥਾਈ ਦੀ ਬੋਨ, ਫੇਮਰ ਬੋਨ ਫ੍ਰੈਕਚਰ ਹੋਈ ਸੀ ਜੀ। ਉਹ ਦੌੜਦਾ ਆਇਆ, ਜਿੰਨਾ ਤੇਜ਼ ਉਹ ਤੁਰ ਸਕਦਾ ਸੀਗਾ, ਅਤੇ ਉਹ ਆ ਕੇ ਉਹ ਨੱਚ ਰਿਹਾ ਸੀ। ਕੀ ਬਾਤ ਕਿ ਭਾਜੀ ਫੋੜ ਦਿਆ, ਭਾਜੀ ਫੋੜ ਦਿਆ। ਕੀ ਬਾਤ। ਇੱਕ ਉਹ ਆਪ ਤਾਂ ਬੰਦਾ ਸੁੰਨ ਹੋ ਜਾਂਦਾ ਫੋਰ ਅ ਟਾਈਮ। ਰੱਬ ਦਾ ਸ਼ੁਕਰ ਕੀਤਾ ਜੀ, ਮੱਥਾ ਟੇਕਿਆ ਉਸੇ ਟਾਈਮ ਗਰਾਊਂਡ 'ਤੇ। ਫਿਰ ਫਾਦਰ ਸਾਹਿਬ ਨੂੰ ਫੋਨ ਕੀਤਾ, ਅਤੇ ਫਿਰ ਜਦੋਂ ਦੋਸਤਾਂ ਨੂੰ ਦੱਸਿਆ, ਅਤੇ ਜਿਹੜੇ 1-2 ਕਾਲਜ ਦੇ ਦੋਸਤ ਸੀ, ਉਹਨਾਂ ਨੇ ਅਥਰੂ ਵਗਾਏ। ਕੀ ਬਾਤ। ਅਤੇ ਇੱਕ ਅਠੌਲੇ ਪਿੰਡ ਦਾ ਮੇਰਾ ਦੋਸਤ, ਉਹਨੇ ਪਟਾਕੇ ਚਲਾਏ। ਕੀ ਬਾਤ। ਸਿਸਟਰਸ ਵਰ ਵੈਰੀ ਹੈਪੀ। ਮਾਈ ਜਿਹੜੇ ਐਲਡਰ ਸਿਸਟਰ ਸੀ, ਸ਼ੀ ਸਟਾਰਟਡ ਸ਼ਾਊਟਿੰਗ ਇਨ ਐਕਸਟੈਸੀ। ਸੋ ਆਪ ਤਾਂ ਪਤਾ ਨਹੀਂ ਕਿਵੇਂ ਦਾ ਲੱਗਿਆ, ਬਟ ਜਿਹੜਾ ਤੁਹਾਡਾ ਆਸ-ਪਾਸ ਤੁਹਾਡਾ ਪੈਰਾਫਰਨੇਲੀਆ, ਤੁਹਾਡੀ ਫੈਮਿਲੀ ਹੈ, ਫਰੈਂਡਸ ਹੈ, ਜਿਹੜੇ ਤੁਹਾਨੂੰ ਪਿਆਰ ਕਰਦੇ ਨੇ, ਉਹ ਬਹੁਤ ਖੁਸ਼ ਸੀ। ਹੁਣ ਜਦੋਂ ਤੁਸੀਂ 25 ਸਾਲ ਦੀ ਉਮਰ 'ਚ ਕਰ ਲਿਆ ਸੀ, ਕਦੋਂ ਕੁ ਟੀਚਾ ਮਿਥ ਲਿਆ? ਤੁਹਾਨੂੰ ਇਹ ਨਿਸ਼ਾਨਾ ਕਿਵੇਂ ਮਿਲਿਆ, ਗੋਲ ਕਿਵੇਂ ਮਿਲਿਆ ਕਿ ਤੁਹਾਡਾ ਗੋਲ ਬਣ ਗਿਆ ਹੈ? ਮੇਰਾ ਇਹ ਮੰਨਣਾ ਹੈ ਕਿ ਇਸ ਸੋਸਾਇਟੀ 'ਚ ਜਿਹੜਾ ਵੀ ਨੌਜਵਾਨ ਹੁੰਦਾ ਹੈ, ਬਹੁਤੀ ਵਾਰ ਨਹੀਂ, ਘੱਟੋ ਘੱਟ ਇੱਕ ਵਾਰ ਤਾਂ ਸੋਚਦਾ ਹੀ ਹੈ ਕਿ ਮੈਂ DC ਲੱਗਣਾ। ਕੀ ਬਾਤ ਹੈ। ਜਦੋਂ ਮੈਂ 5th ਕਲਾਸ 'ਚ ਸੀਗਾ, ਅਤੇ ਮੇਰੇ ਹਿੰਦੀ ਦੇ ਟੀਚਰ ਸੀਗੇ, ਅਤੇ ਮੈਂ ਆਪਣੀ ਕਾਪੀ ਥੱਲੋਂ ਦੀ ਚੱਕ ਕੇ ਉੱਤੇ ਰੱਖਤੀ ਕਿ ਮੇਰੀ ਪਹਿਲੇ ਚੈੱਕ ਹੋ ਜਾਏ। ਮੇਰੇ ਵੱਲ ਦੇਖ ਕੇ ਕਹਿੰਦੇ, ਕੀ ਗੱਲ ਤੂੰ DC ਲੱਗਾ? ਇਹ ਕਾਮਨ ਸ਼ਬਦ ਹੈ ਸਾਡੇ। ਸੋ ਆਈ ਥਿੰਕ, ਅਤੇ ਦੂਸਰਾ, ਮੈਂ ਇੱਕ NTSC ਸਕੋਲਰ ਹਾਂ ਜੀ, ਅਤੇ ਤੁਸੀਂ ਵੀ ਐਗਰੀਕਲਚਰ 'ਚ ਕਾਫੀ ਕੰਮ ਕਰਦੇ ਹੈਗੇ ਹੋ। ਅਤੇ ਉਦੋਂ ਅਸੀਂ 10th 'ਚ ਹੁੰਦੇ ਸੀ, ਜਦੋਂ ਬੱਚੇ 10th ਦਾ NTSC ਦਾ ਪਹਿਲਾ ਲੈਵਲ ਕਲੀਅਰ ਕਰਦੇ ਸੀ, ਉਹਨਾਂ ਦੀ ਸਟੇਟ ਲੈਵਲ ਦੀ ਜਿਹੜੀ ਟ੍ਰੇਨਿੰਗ ਹੁੰਦੀ ਸੀ, ਉਹ ਪੰਜਾਬ ਸਰਕਾਰ ਵੱਲੋਂ ਸ਼ਿਵਾਲਿਕ ਪਬਲਿਕ ਸਕੂਲ ਲਗਾਈ ਜਾਂਦੀ ਸੀ। ਦੈਟ ਵਾਜ਼ ਈਅਰ 2006 ਜੀ। ਅਤੇ ਸਾਡੇ ਉੱਥੇ ਜਿਹੜੇ ਪੰਜਾਬ ਦੇ ਕਾਫੀ ਅੱਛੇ ਟੀਚਰਸ ਆ ਕੇ ਪੜ੍ਹਾਉਂਦੇ ਸੀ। ਸੋ ਅਸੀਂ ਇੱਕ ਵਾਰ ਡਿਸਕਸ ਕਰ ਰਹੇ ਸੀਗੇ ਕਿ ਪੈਸਟੀਸਾਈਡਸ ਬਹੁਤ ਹੈ, ਕੈਮੀਕਲਸ ਬਹੁਤ ਯੂਜ਼ ਹੁੰਦੇ ਹੈ, ਕੀ ਸਲਿਊਸ਼ਨ ਹੈ। ਫਿਰ ਮੈਡਮ ਨੇ ਉਦੋਂ ਸਾਨੂੰ ਸਾਰਿਆਂ ਨੂੰ ਕਿਹਾ ਕਿ ਜੀ, ਤੁਸੀਂ ਜਿਹੜੇ 100 ਬੱਚੇ ਹੈਗੇ ਹੋ ਇਸ ਟਾਈਮ ਪੰਜਾਬ ਦੇ, ਤੁਸੀਂ ਹੀ ਅੱਗੇ ਜਾ ਕੇ, ਕਿਸੇ ਨੇ ਸਾਇੰਟਿਸਟ ਬਣਨਾ ਹੈ, ਕਿਸੇ ਨੇ ਅਫਸਰ ਬਣਨਾ ਹੈ, ਉਹ ਤੁਸੀਂ ਹੁਣ ਜਾ ਕੇ ਉਹਨੂੰ ਅੱਗੇ ਸੰਭਾਲਣਾ। ਸੋ ਉਹ ਵੀ ਆਈ ਥਿੰਕ ਟੀਚਰਸ ਦਾ ਬਹੁਤ ਰੋਲ ਰਿਹਾ ਜੀ ਪ੍ਰੇਰਨਾ ਦੇਣ 'ਚ। ਦੂਸਰਾ, ਕਾਲਜ ਤੋਂ ਬਾਅਦ ਆਪਣੀ ਮੇਰੀ BTech ਹੈ ਜੀ NIT ਜਲੰਧਰ ਤੋਂ ਜੀ। ਕਾਲਜ ਦੇ ਪਾਸ ਆਊਟ ਹੋਣ ਤੋਂ ਬਾਅਦ ਤਿਆਰੀ ਸ਼ੁਰੂ ਕੀਤੀ ਜੀ। ਗਾਈਡੈਂਸ ਕਿਵੇਂ ਮਿਲੀ ਵੀ ਸਿਵਲ ਸਰਵਿਸ ਵਿੱਚ ਜਾਣਾ ਹੈ ਜੀ? ਅਤੇ ਇੱਕ ਜਦੋਂ ਬੰਦਾ ਜਾਣ ਦੀ ਬਣਾ ਲੈਂਦਾ ਹੈ, ਫਿਰ ਉਹਨੂੰ ਹੁੰਦਾ ਵੀ ਜਾਣਾ ਹੈ ਤਾਂ ਕਿਵੇਂ ਜਾਈਏ, ਕੀ ਪੜ੍ਹੀਏ, ਕਿੱਥੋਂ ਕੋਚਿੰਗ ਲਈਏ, ਕਿਵੇਂ ਕਰੀਏ? ਇਹ ਕਿਵੇਂ ਰਿਹਾ ਪੀਰੀਅਡ? ਸੋ ਆਈ ਥਿੰਕ 2 ਪ੍ਰਸ਼ਨ ਹੋ ਗਏ। ਇੱਕ ਹੋ ਗਿਆ ਕਿ ਪ੍ਰੇਰਨਾ, ਮੋਟੀਵੇਸ਼ਨ, ਦੂਸਰਾ ਹੋ ਗਿਆ ਰਸਤਾ ਜੀ। ਮੇਰਾ ਇਹ ਮੰਨਣਾ ਹੈ ਜੀ, ਬਹੁਤ ਹੀ ਮੇਰੇ ਕੋਲ ਜਿੰਨੇ ਬੱਚੇ ਆਉਂਦੇ ਨੇ ਕਿ ਅਸੀਂ ਵੀ ਤਿਆਰੀ ਕਰਨੀ ਹੈਗੀ ਹੈ, ਬਟ ਮੇਰਾ ਪਹਿਲਾ ਕੁਐਸਚਨ ਹੁੰਦਾ ਹੈ, ਪ੍ਰੇਰਨਾ ਫਾਦਰ ਜਾਂ ਮਦਰ ਦੇ ਕਹਿਣ 'ਤੇ ਹੈ ਜੀ ਕਿ ਇਹ ਅੰਦਰੋਂ ਹੈ? ਜੇ ਤਾਂ ਰੂਹ ਕਹਿੰਦੀ ਹੈ, ਫਿਰ ਉਹ ਰੂਹਾਨੀ ਤਾਕਤ ਹੀ ਨਾ ਪ੍ਰੇਰਨਾ ਵੀ ਦੇਏਗੀ ਅਤੇ ਦਿੰਦੀ ਰਹੇਗੀ। ਕੀ ਬਾਤ ਹੈ।
ਬਿਕੋਜ਼ ਜਦੋਂ ਮੈਂ ਤਿਆਰੀ ਸ਼ੁਰੂ ਕੀਤੀ ਸੀ ਮੈਨੂੰ ਇੱਕ ਸਿਆਣੇ ਨੇ ਇਹ ਕਿਹਾ ਸੀਗਾ ਕਿ ਇਹ ਇੱਕ ਸਪ੍ਰਿੰਟ ਨਹੀਂ ਹੈਗੀ 100 ਮੀਟਰ ਦੀ ਕਿ ਤੁਸੀਂ ਉੱਠੇ ਕਿ ਅੱਜ ਮੈਂ ਨਾ ਡੀਸੀ ਲੱਗਣਾ ਹੈ ਜਾਂ ਮੈਂ ਐਸਡੀਐਮ ਲੱਗਣਾ ਹੈ ਜਾਂ ਤਹਿਸੀਲਦਾਰ ਲੱਗਣਾ ਹੈ ਜਾਂ ਈਟੀਓ ਲੱਗਣਾ ਹੈ। ਤੇ ਮੈਂ ਬਹੁਤ ਭੱਜਿਆ, ਤੇਜ਼ ਭੱਜਿਆ ਤੇ ਮੈਂ ਜਿੱਤ ਗਿਆ। ਇਹ ਇੱਕ ਮੈਰਾਥਨ ਹੈ। ਸੋ ਅੰਦਰੋਂ ਦੀ ਪ੍ਰੇਰਨਾ ਨਹੀਂ ਬਹੁਤ ਜ਼ਰੂਰੀ ਹੈਗੀ ਹੈ। ਤੇ ਮੇਰਾ ਇਹ ਮੰਨਣਾ ਹੈ ਕਿ ਜੇ ਤੁਹਾਡੀ ਪੋਜ਼ਿਟਿਵਨੈਸ ਹੈਗੀ ਹੈ ਕਿ ਮੈਂ ਸੁਸਾਇਟੀ ਲਈ ਚੰਗਾ ਕੰਮ ਕਰਨਾ ਜਾਂ whatever your reason is, ਜੇ ਕਿਸੇ ਦੇ ਕਹਿਣ ਤੇ ਆਪਣੇ ਯਾਰ ਮਿੱਤਰ ਤੁਹਾਡਾ ਕੋਚਿੰਗ ਲੈਣ ਜਾ ਰਿਹਾ ਹੈ ਤੇ ਤੁਹਾਨੂੰ ਹੁੰਦਾ ਹੈ ਕਿ ਮੈਂ ਵੀ ਲੈ ਲਾਂ, ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਹੋਰ ਰਿਡੰਡੈਂਟ ਰੀਜ਼ਨ ਹੈ ਜਿਹੜਾ ਤੁਹਾਨੂੰ ਲੰਬੇ ਸਮੇਂ ਤੱਕ ਤੁਹਾਨੂੰ ਪ੍ਰੇਰਿਤ ਨਹੀਂ ਕਰ ਪਾਏਗਾ ਜੀ, ਉਹਦੀ ਬਜਾਏ ਜੇ ਅੰਦਰੋਂ ਮੋਟੀਵੇਸ਼ਨ ਹੋਵੇ ਬਹੁਤ ਜ਼ਿਆਦਾ ਕਿ ਹਾਂਜੀ ਮੈਂ ਇਹ ਕਰਨਾ ਹੈ, ਤੇ ਜੇ ਇਹ ਹੋਵੇ ਕਿ ਮੈਂ ਸੁਸਾਇਟੀ ਨੂੰ ਸਰਵ ਕਰਨਾ ਹੈ, ਫਿਰ ਜਿਹੜੀ ਰੂਹਾਨੀ ਤਾਕਤ ਹੈ, ਲਾਅ ਆਫ ਅਟਰੈਕਸ਼ਨ ਹੈ ਜਿਹਦੀ ਆਪਾਂ ਪਹਿਲੇ ਵੀ ਗੱਲ ਕਰ ਰਹੇ ਸੀ ਜੀ, ਉਹ ਤੁਹਾਡਾ ਸਾਥ ਦਿੰਦੀ ਹੈ। ਕੀ ਬਾਤ ਹੈ। ਤੇ ਦੂਸਰੀ ਚੀਜ਼ ਤਿਆਰੀ ਕਰਨੀ ਕਿਵੇਂ ਹੈਗੀ ਹੈ। ਦੇਖੋ ਜੀ ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ, ਸੂਫੀ ਸੇਂਟਸ ਰਹੇ ਨੇ ਇੱਥੇ, ਉਪਨਿਸ਼ਦ ਇੱਥੇ ਲਿਖੇ ਗਏ। ਉਸ ਤੋਂ ਬਾਅਦ ਜੀ ਗੁਰੂ ਗ੍ਰੰਥ ਸਾਹਿਬ ਵੀ ਇਹੀ ਕਹਿੰਦੇ ਨੇ ਜੀ, ਤਿੰਨੋਂ ਬੀਟ ਉਪਨਿਸ਼ਦ, ਗੁਰੂ ਗ੍ਰੰਥ ਸਾਹਿਬ ਜੀ, ਸੂਫੀ ਫਿਲਾਸਫੀ, ਉਹ ਕਹਿੰਦੇ ਤੁਹਾਨੂੰ ਇੱਕ ਗੁਰੂ ਚਾਹੀਦਾ। ਉਪਨਿਸ਼ਦਸ ਵੀ ਗੁਰੂ ਦੀ ਗੱਲ ਕਰਦੇ ਨੇ। ਸੋ ਮੇਰਾ ਇਹ ਮੰਨਣਾ ਹੈ ਕਿ ਗੁਰੂ ਇਜ਼ ਵੈਰੀ ਇੰਪੋਰਟੈਂਟ। ਤੁਹਾਨੂੰ ਉਹ ਰਸਤਾ ਦਿਖਾਉਂਦੇ ਨੇ। ਜਿੱਦਾਂ ਜੀ ਮੈਂ ਕਦੀ ਕੋਚਿੰਗ ਨਹੀਂ ਲਿੱਤੀ ਜੀ। ਅੱਛਾ। ਮੈਂ PCS ਦੀ ਤਿਆਰੀ ਲਈ ਮੈਂ ਕਦੀ ਕੋਈ ਕੋਚਿੰਗ ਇੰਸਟੀਚਿਊਟ ਜੁਆਇਨ ਨਹੀਂ ਕੀਤਾ। ਮੇਰੇ ਮੈਂਟਰ ਰਹੇ ਨੇ ਜੀ ਪ੍ਰੋਫੈਸਰ KK ਘਈ ਜੀ, ਉਹ ਜਲੰਧਰ ਦੇ ਨੇ ਜੀ, ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਨੇ। ਹਾਲਾਂਕਿ PCS ਵਿੱਚ ਹੁਣ ਆਪਸ਼ਨਲ ਨਹੀਂ ਹੈ ਜੀ, ਬਟ ਉਹਨਾਂ ਦਾ ਐਕਸਪੀਰੀਅੰਸ ਇੰਨਾ ਜ਼ਿਆਦਾ ਹੈ। ਮੈਂ ਉਹਨਾਂ ਕੋਲੇ 2 ਮਹੀਨੇ ਰੈਗੂਲਰਲੀ ਜਾਂਦਾ ਰਿਹਾ ਤੇ ਉਹਨਾਂ ਦਾ ਕੋਈ ਇਹ ਨਹੀਂ ਸੀ ਕਿ ਉਹਨਾਂ ਨੇ 100 ਬੱਚੇ ਇਕੱਠੇ ਕੀਤੇ ਹੁੰਦੇ ਸੀ ਜੀ ਕਲਾਸ 'ਚ ਤੇ ਉਹ ਬੋਰਡ ਤੇ ਪੜ੍ਹਾ ਰਹੇ ਆ ਤੇ ਕਲਾਸ ਖਤਮ ਤੇ ਜਾਓ। ਮੈਂ 1-on-1 ਪੜ੍ਹਦਾ ਸੀ ਜੀ ਉਹਨਾਂ ਤੋਂ, ਤੇ ਵੀ ਜਸਟ ਯੂਜ਼ ਟੂ ਹੈਵ ਡਿਸਕਸ਼ਨਸ। ਜੋ ਮੈਂ ਅਗਲੇ ਦਿਨ ਪੜ੍ਹਨਾ ਹੈ ਜਾਂ ਜੋ ਮੈਂ ਪੜ੍ਹ ਕੇ ਆਇਆ, ਅੱਧਾ ਘੰਟਾ ਉਹਦੀ ਡਿਸਕਸ਼ਨ, ਫਿਰ ਉਹਨਾਂ ਨੇ ਸਿਰਫ ਮੈਨੂੰ ਟਿਪਸ ਐਂਡ ਟ੍ਰਿਕਸ ਦੱਸਣੀਆਂ ਕਿ ਪੜ੍ਹਨਾ ਕਿਵੇਂ ਹੈ। ਜਿਵੇਂ ਜੀ ਤੁਸੀਂ ਜੋ ਪੁੱਛਿਆ ਕਿ ਤਿਆਰੀ ਕਰਨੀ ਕਿਵੇਂ ਹੈਗੀ ਆ, ਉਹਦੇ 'ਚ ਛੋਟੇ ਛੋਟੇ ਫਾਰਮੂਲੇ, ਗੁੜਤੀਆਂ ਜਿਹੜੀਆਂ ਉਹਨਾਂ ਨੇ ਮੈਨੂੰ ਦਿੱਤੀਆਂ ਗੁਰੂ ਨੇ। ਜਿਵੇਂ ਜੀ ਯੂ ਕੈਨ ਫੋਰਗੇਟ ਬਰਸ਼ਿੰਗ ਯੋਰ ਟੀਥ ਬਟ ਨਾਟ ਫੋਰਗੇਟ ਰੀਡਿੰਗ ਯੋਰ ਨਿਊਜ਼ਪੇਪਰ। ਅਖਬਾਰ ਪੜ੍ਹਨੀ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਕਈ ਬੱਚਿਆਂ ਨਾਲ ਮੇਰੀ ਗੱਲ ਹੁੰਦੀ ਹੈ, ਉਹ ਔਨਲਾਈਨ ਦ ਹਿੰਦੂ ਦੀ ਜਾਂ ਦ ਇੰਡੀਅਨ ਐਕਸਪ੍ਰੈਸ ਦੀ ਉਹ ਦੇਖ ਲੈਂਦੇ, ਵੀਡੀਓ ਬਣਾਈ ਹੁੰਦੀ ਹੈ ਉਹ ਦੇਖ ਲੈਂਦੇ ਆ, ਜਾਂ ਜਿਹੜੇ ਨਵੇਂ ਬੱਚੇ ਹੀ ਹੁੰਦੇ ਉਹ ਕਿਸੇ ਕੋਚਿੰਗ ਇੰਸਟੀਚਿਊਟ ਦੇ ਨਿਊਜ਼ਪੇਪਰ ਦੇ ਨੋਟਸ ਪੜ੍ਹ ਲੈਂਦੇ ਆ। ਜਦਕਿ ਸਟਾਰਟਿੰਗ 'ਚ ਫॉर ਵੈਰੀ ਲੌਂਗ ਟਾਈਮ ਤੁਹਾਨੂੰ ਆਪ ਪੜ੍ਹ ਕੇ ਆਪਣੀ ਇਨਸਾਈਟਸ ਡਿਵੈਲਪ ਕਰਨੀਆਂ ਜ਼ਰੂਰੀ ਹੁੰਦੀਆਂ। ਸੋ ਨਿਊਜ਼ਪੇਪਰ ਇਜ਼ ਵੈਰੀ ਇੰਪੋਰਟੈਂਟ। ਦੂਸਰਾ, ਇੱਕ ਬੜਾ ਪੈਕਿਊਲੀਅਰ ਕੁਐਸਚਨ ਹੁੰਦਾ ਜੀ ਸਾਰਿਆਂ ਦਾ ਹੀ ਕਿ ਕਿੰਨੇ ਘੰਟੇ ਪੜ੍ਹਨੇ ਆਪਾਂ। ਹਾਂ, ਮੈਂ ਵੀ ਤੁਹਾਨੂੰ ਪੁੱਛਣਾ ਸੀ ਵੀ ਕਹਿੰਦੇ ਕਿ 15 ਘੰਟੇ ਲੱਗਦੇ ਆ, 12 ਲੱਗਦੇ ਆ। ਸੋ ਕਿਸੇ ਦਾ ਜੀ ਪੱਕਾ ਨਹੀਂ ਹੈ। ਕੋਈ ਬੰਦਾ ਨਾਲ ਨੌਕਰੀ ਕਰ ਰਿਹਾ ਹੁੰਦਾ ਹੈ। ਸਾਡੇ ਬਹੁਤ ਸਾਰੇ ਮੇਰੇ ਬੈਚਮੇਟਸ ਨੇ ਜਿਨ੍ਹਾਂ ਦੇ ਬੱਚੇ ਨੇ, ਅੱਛਾ ਜੀ, ਜਿਹੜੇ ਨਾਲ ਨੌਕਰੀਆਂ ਕਰ ਰਹੇ ਸੀਗੇ। ਮੈਂ MTech ਕਰ ਰਿਹਾ ਸੀ। ਸੋ ਕੋਈ ਬੰਦਾ ਬਿਨਾਂ ਜੌਬ ਤੋਂ, ਬਿਨਾਂ ਪੜ੍ਹਾਈ ਤੋਂ ਡੈਡੀਕੇਟਡਲੀ ਪੜ੍ਹ ਰਿਹਾ ਹੁੰਦਾ ਹੈ। ਸੋ ਯੂ ਕੈਨੋਟ, ਤੁਸੀਂ ਉਹ ਡਿਫਾਈਨ ਨਹੀਂ ਕਰ ਸਕਦੇ ਕਿੰਨੇ ਘੰਟੇ। ਸੋ ਦਾ ਆਨਸਰ ਇਜ਼ ਮੈਕਸਿਮਮ। ਤੇ ਮੈਨੂੰ ਕਈ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਘੰਟਿਆਂ 'ਚ ਆਪਾਂ ਨਹੀਂ ਜਾਣਾ, ਆਰਸ ਤੇ ਫੋਕਸ ਨਹੀਂ ਕਰਨਾ, ਨੰਬਰ ਆਫ ਪੇजेस ਤੇ ਫੋਕਸ ਕਰੋ। ਉਹਨਾਂ ਨੇ ਮੈਨੂੰ ਟਾਰਗੇਟ ਦਿੱਤਾ ਹੁੰਦਾ ਸੀ ਜੀ 100 ਪੇਜ ਦੇ ਹੁੰਦੇ ਪੜ੍ਹਨਾ, 100 ਪੇਜ ਰੀਡ ਕਰਨੇ ਹੈ। ਜਿਹੜੀ ਵੀ ਕਿਤਾਬ ਪੜ੍ਹ ਰਹੇ ਹੋ, ਹਿਸਟਰੀ ਪੜ੍ਹ ਰਹੇ ਹੋ, ਪੋਲਿਟੀ ਪੜ੍ਹ ਰਹੇ ਹੋ, ਜਿਹੜਾ ਸਬਜੈਕਟ ਪੜ੍ਹ ਰਹੇ ਹੋ, ਭਾਵੇਂ 2 ਕਿਤਾਬਾਂ ਚੱਕੀਆਂ ਹੋਈਆਂ ਤੇ 50-50 ਪੇਜ, ਇੱਕ ਕਿਤਾਬ ਚੱਕੀ ਹੋਈ ਹੈ ਤਾਂ 100 ਪੇਜ। ਉਹ ਇੱਕ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਆਪਾਂ ਕਿਤੇ ਜਾ ਰਹੇ ਹੁੰਦੇ ਹਾਂ, ਆਪਾਂ ਗੂਗਲ 'ਤੇ ਚੈੱਕ ਕਰਦੇ ਹਾਂ ਜੀ 200 ਕਿਲੋਮੀਟਰ ਹੈ ਜੀ, 50 ਕਿਲੋਮੀਟਰ ਹੋ ਗਏ, 50 ਕਿਲੋਮੀਟਰ ਹੋ ਗਏ। ਆਪਾਂ ਵੇਟ ਘਟਾਉਣਾ, ਆਪਾਂ ਵੇਇੰਗ ਮਸ਼ੀਨ ਤੋਂ ਆਪਣਾ ਵੇਟ ਚੈੱਕ ਕਰਦੇ ਹਾਂ ਹਰ ਮਹੀਨੇ, ਹਰ ਹਫਤੇ ਬਾਅਦ। ਸੋ ਜਦੋਂ ਤੁਸੀਂ ਕੋਈ ਟੀਚਾ ਮੰਨਿਆ ਹੋਇਆ ਹੈਗਾ, ਉਹਦੇ ਮਾਈਲਸਟੋਨਸ ਜ਼ਰੂਰ ਹੁੰਦੇ ਆ, ਤੇ ਜੇ ਉਹ ਕਾਊਂਟ ਹੋ ਜਾਣ ਤੇ ਬਹੁਤ ਚੰਗਾ, ਤੁਸੀਂ ਸੰਤੁਸ਼ਟ ਰਹਿੰਦੇ ਹੋ। ਸੋ ਨਿਊਜ਼ਪੇਪਰ ਪਲੱਸ 100 ਪੇਜ ਜੋ ਵੀ ਤੁਸੀਂ ਪੜ੍ਹ ਰਹੇ ਹੈਗੇ ਹੋ। ਉਸ ਤੋਂ ਬਾਅਦ ਜੋ ਕਈ ਸਾਹਿਬ ਦਾ ਹੁੰਦਾ ਸੀਗਾ ਕਿ ਜੀ ਹੁਣ ਤੁਸੀਂ ਤਿਆਰੀ ਬਾਰੇ ਪੁੱਛਿਆ ਤੇ ਮੈਂ ਤਿਆਰੀ ਲਈ ਹੀ ਕੰਟੀਨਿਊ ਕਰੂੰਗਾ ਕਿ ਨਾ ਇੱਕ ਉਹਨਾਂ ਨੇ ਹੋਰ ਗੁੜਤੀ ਦਿੱਤੀ ਜੀ ਕਿ ਇਟਸ ਅਬਾਊਟ, ਹੁਣ PCS UPSC ਦੇ ਸਿਲੇਬਸ 'ਚ ਫਰਕ ਹੈ ਨਹੀਂ ਜੀ। UPSC 'ਚ ਆਪਸ਼ਨਲ ਹੈ, ਰੈਸਟ ਐਵਰੀਥਿੰਗ ਜੋ UPSC 'ਚ ਉਹ PCS 'ਚ ਆਉਂਦਾ।
ਆਪਾਂ ਭਾਵੇਂ ਇੰਟਰਵਿਊ ਲਾ ਲਈਏ, ਭਾਵੇਂ ਮੇਨਸ ਦੇ ਕੁਐਸਚਨ ਲਾ ਲਈਏ, ਉਹਦੇ 'ਚ ਪੰਜਾਬ ਦੇ ਕੁਐਸਚਨ ਜੇ ਹੈਗੇ ਆ ਉਹ 10 ਜਾਂ 20% ਹੋਣਗੇ, ਰੈਸਟ 70 80 90% ਚਾਹੇ ਆਪਾਂ ਕੋਈ ਵੀ ਪੇਪਰ ਲਾ ਲਈਏ ਉਹਦੇ 'ਚ UPSC ਵਾਲਾ ਹੀ ਸਿਲੇਬਸ ਆ, ਐਕਸੈਪਟ ਲੈਂਗੁਏਜਸ ਜਿਹ 'ਚ ਪੰਜਾਬੀ ਇੰਗਲਿਸ਼ ਦਾ ਪੇਪਰ UPSC 'ਚ ਵੀ ਦੇਣਾ ਪੈਂਦਾ, ਬਟ ਇਹ 'ਚ ਨੰਬਰ ਐਡ ਹੁੰਦੇ ਨੇ। ਸੋ ਆਪਾਂ ਬਹੁਤ ਜ਼ਿਆਦਾ ਓਵਰ ਫੋਕਸ ਪੰਜਾਬ ਸਪੈਸੀਫਿਕ ਇਸ਼ੂਜ਼ 'ਤੇ ਨਹੀਂ ਕਰਨਾ। ਦੋ ਪੰਜਾਬ ਦੇ ਕੁਐਸਚਨ ਵੀ ਆਨੇ ਆ ਕਿ ਪੰਜਾਬ ਨੂੰ ਸਪੋਰਟਸ 'ਚ ਵਧਾਵੇ ਲਈ ਕੀ ਕਰਨਾ ਚਾਹੀਦਾ ਹੈ, ਪੰਜਾਬ 'ਚ ਕਿਹੜੀਆਂ 5 ਤੁਹਾਨੂੰ ਕੁਰੀਤੀਆਂ ਦੱਸਦੀਆਂ ਹੈਗੀਆਂ ਅਤੇ ਉਹਨਾਂ ਤੁਹਾਨੂੰ ਕੀ ਲੱਗਦਾ ਕਿ ਉਹਦੇ ਸੋਲਿਊਸ਼ਨਸ ਕੀ ਹੋ ਸਕਦੇ, ਇੱਦਾਂ ਦੇ ਕੁਐਸਚਨਸ ਆਉਂਦੇ ਨੇ। ਬਟ ਮੇਜਰ ਸਿਲੇਬਸ ਇਜ਼ ਅਬਾਊਟ UPSC। ਸੋ ਇੱਕ ਜੇ ਗੁੜਤੀ ਜਿਹੜੀ ਉਹਨਾਂ ਨੇ ਦਿੱਤੀ, ਯੂ ਹੈਵ ਟੂ ਲਵ ਇੰਡੀਆ, ਯੂ ਹੈਵ ਟੂ ਅੰਡਰਸਟੈਂਡ ਇੰਡੀਆ। ਕੀ ਬਾਤ ਹੈ। ਅਤੇ ਉਹ ਤੁਸੀਂ ਕਿਵੇਂ ਅੰਡਰਸਟੈਂਡ ਕਰਦੇ ਹੋ? ਤੁਸੀਂ ਪਹਿਲੇ ਉਹਦੇ ਜੋਗ੍ਰਾਫੀ ਪੜ੍ਹਦੇ ਹੋ, ਚਾਹੇ ਉਹ ਪੰਜਾਬ ਹੈ ਚਾਹੇ ਉਹ ਇੰਡੀਆ ਹੈ, ਕਿ ਸਭ ਤੋਂ ਪਹਿਲੇ ਉਹ ਕਿਵੇਂ ਬਣਿਆ ਜੀ, ਹਿਮਾਲਿਆ ਕਿਵੇਂ ਆਏ, ਉੱਥੇ ਮੌਨਸੂਨ ਕਿਉਂ ਆਉਂਦੀ ਹੈਗੀ ਹੈ, ਸਾਡਾ ਸਾਰੀ ਵੀ ਆਰ ਐਨ ਐਗਰੀਰੀਅਨ ਇਕੋਨਮੀ, ਸਾਡਾ ਕਾਫੀ ਮੌਨਸੂਨ ਡਿਪੈਂਡੈਂਟ ਹੈ। ਹੁਣੇ ਆਈ ਵਾਜ਼ ਰੀਡਿੰਗ ਨਿਊਜ਼ਪੇਪਰ ਜੀ, PSPCL ਨੂੰ ਕਰੋੜਾਂ ਰੁਪਏ ਦਾ ਫਾਇਦਾ ਹੋ ਗਿਆ ਬਿਕੋਜ਼ ਆਫ ਬਾਰਿਸ਼। ਬਿਲਕੁਲ, ਠੰਡ ਪਈ, AC ਘੱਟ ਚੱਲੇ, ਜਿਹੜੀ ਪ੍ਰੋਡਕਸ਼ਨ ਹੋ ਰਹੀ ਸੀ ਪਹਿਲੇ ਬਾਹਰੋਂ ਲੈਣੀ ਪੈ ਰਹੀ ਸੀ ਬਿਜਲੀ, ਹੁਣ ਵੀ ਕੁਡ ਗਿਵ ਇਟ ਟੂ ਦੀ ਨੈਸ਼ਨਲ ਗ੍ਰਿਡ, ਉੱਥੇ ਸੇਲ ਕਰ ਸਕੇ ਆਪਾਂ। ਸੋ ਕਾਫੀ ਕੁਝ ਜੋਗ੍ਰਾਫੀ ਡਿਸਾਈਡ ਕਰਦੀ ਹੈ ਸਭ ਤੋਂ ਪਹਿਲੇ ਜੀ। ਦੂਸਰਾ ਉਸ ਤੋਂ ਬਾਅਦ ਹਿਸਟਰੀ। ਜੇ ਆਪਾਂ, ਮੈਂ ਨਾ ਛੋਟੇ ਹੁੰਦੇ ਤੋਂ ਸੋਚਦਾ ਸੀਗਾ, ਨਿਊਜ਼ਪੇਪਰ ਤਾਂ ਫਾਦਰ ਸਾਹਿਬ ਤੋਂ ਆਦਤ ਪਈ ਹੈ ਨਿਊਜ਼ਪੇਪਰ ਪੜ੍ਹਨ ਦੀ, ਤੇ ਛੋਟੇ ਹੁੰਦੇ ਤੋਂ ਸੋਚਦਾ ਸੀ ਕਿ ਪੈਲੇਸਟੀਨ ਵਾਲਿਆਂ ਨੇ 5 ਇਜ਼ਰਾਈਲੀ ਮਾਰੇ, ਇਜ਼ਰਾਈਲੀਆਂ ਨੇ 250 ਪੈਲੇਸਟੀਨ ਮਾਰਤੇ, ਜਾਂ ਲੈਬਨਨ 'ਚ ਸਟ੍ਰਾਈਕ ਕਰਤੀ, ਜਾਂ ਗਾਜ਼ਾ ਸਟ੍ਰਿਪ 'ਚ ਨਹੀਂ ਸਟ੍ਰਾਈਕ ਕਰਤੀ, ਤੇ ਰੀਜ਼ਨ ਕੀ ਹੈ? ਡਿਟੇਲ 'ਚ ਨਹੀਂ ਜਾਊਂਗਾ, ਬਟ ਜੇ ਤੁਸੀਂ ਜਿਊਜ਼ ਦੀ ਹਿਸਟਰੀ ਪੜ੍ਹੋ, ਜੋ ਉਹਨਾਂ ਨੇ ਇਜਿਪਟ 'ਚ ਹੋਇਆ, ਜੋ ਅਕਰੋਸ ਯੂਰਪ ਉਹਨਾਂ ਨਾਲ ਹੋਇਆ ਹਿਸਟਰੀ 'ਚ, ਤਜ਼ਾਰ ਨਿਕੋਲਸ ਦੇ ਟਾਈਮ 'ਤੇ ਜਾਂ ਹਿਟਲਰ ਦੇ ਟਾਈਮ 'ਤੇ ਉਹਨਾਂ ਨਾਲ ਕੀ ਹੋਇਆ, ਇਜ਼ਰਾਈਲ ਕਿਉਂ ਬਣੀ। ਸੋ ਦੇ ਆਰ ਵੈਰੀ ਸਿਕਿਉਰਿਟੀ ਓਰੀਐਂਟਡ, ਕਿ ਸਾਡੇ ਇੱਕ ਵੀ ਬੰਦੇ ਦੀ ਜਾਨ ਨਹੀਂ ਜਾਣੀ ਚਾਹੀਦੀ। ਜੀ ਬਿਲਕੁਲ, ਉਹਦਾ ਪਿਛਲਾ ਕਹਿ ਦਈਏ ਕਿ ਤੱਤ ਤੇ ਸੀ ਜੀ। ਸੋ ਹਿਸਟਰੀ ਪੜ੍ਹਨੀ ਬਹੁਤ ਜ਼ਰੂਰੀ ਹੈਗੀ ਹੈ। ਆਈ ਵਿਲ ਆਲਸੋ ਲਾਈਕ ਟੂ ਰਿਕਮੈਂਡ ਜਿਹੜੇ ਵੀ ਇੰਟਰਵਿਊ ਦੇਣ ਲੱਗੇ ਆ PCS ਦੀ, ਜਾਂ ਜਿਹੜੇ ਪੰਜਾਬ ਓਰੀਐਂਟਡ ਹੈਗੇ ਆ, ਉਹਨਾਂ ਨੂੰ 2 ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਮੇਰੇ ਅਕੋਰਡਿੰਗ, ਕਿਉਂਕਿ ਹਿਸਟਰੀ ਨਾ ਬਹੁਤ ਵਿਊਜ਼ ਹੁੰਦੇ ਆ ਜੀ। ਆਪਾਂ ਪੋਲੀਟੀਕਲ ਸਾਇੰਸ 'ਚ ਪੜ੍ਹਦੇ ਆ, ਇੱਕ ਨੈਸ਼ਨਲਿਸਟ ਵਿਊ ਹੈ, ਇੱਕ ਅੰਗਰੇਜ਼ਾਂ ਦਾ ਵਿਊ ਹੈ, ਬਿਲਕੁਲ, ਇੱਕ ਮਾਰਕਸਿਸਟ ਵਿਊ ਹੈ, ਇੱਕ ਮੁਸਲਿਮ ਵਿਊ ਹੈ, ਇੱਕ ਦਲਿਤ ਪਰਸਪੈਕਟਿਵ ਹੈ, ਸਬਆਲਟਰਨ ਪਰਸਪੈਕਟਿਵ ਹੈ। ਸੋ ਇੱਦਾਂ ਹੀ ਪੰਜਾਬ ਹਿਸਟਰੀ 'ਤੇ ਕਾਫੀ ਕਿਤਾਬਾਂ ਲਿਖੀਆਂ ਗਈਆਂ, ਬਟ ਖੁਸ਼ਵੰਤ ਸਿੰਘ ਜੀ ਦੀ ਹਿਸਟਰੀ ਆਫ ਸਿੱਖਸ, ਰੀਜ਼ਨ ਬੀਇੰਗ ਉਹ ਬਹੁਤ ਲਿਬਰਲ ਓਰੀਐਂਟਡ ਹੈ। ਦੂਸਰਾ, ਟਰਮੋਇਲ ਇਨ ਪੰਜਾਬ, ਸਾਡੇ ਚੀਫ ਸੈਕਟਰੀ ਰਹੇ ਨੇ, ਉਹਨਾਂ ਨੇ ਕਿਤਾਬ ਲਿਖੀ ਹੈ ਜੀ, ਉਹ ਪੋਸਟ ਇੰਡੀਪੈਂਡੈਂਸ ਦੀ ਲਾਸਟ 60-70 ਸਾਲਾਂ ਦੀ, ਜਾਂ ਬਲੂ ਸਟਾਰ ਤੋਂ 10 ਸਾਲ ਪਹਿਲੇ ਪਲੱਸ ਉਸ ਤੋਂ ਬਾਅਦ ਦੀ ਹਿਸਟਰੀ ਹੈਗੀ ਹੈ, ਐਂਡ ਅਗੇਨ ਐਨੈਕਡੋਟਲ ਹੈ। ਅਤੇ ਸਿੰਸ ਬੀਇੰਗ ਉਹ ਹੀ ਵਾਜ਼ DC ਅੰਮ੍ਰਿਤਸਰ ਜੀ ਡਿਊਰਿੰਗ ਬਲੂ ਸਟਾਰ ਜੀ। ਅਤੇ ਉਸ ਤੋਂ ਬਾਅਦ ਦਾ ਵੀ ਜਿਹੜੀ ਪੰਜਾਬ ਦੀ ਹਿਸਟਰੀ ਹੈਗੀ ਹੈ, ਉਹ ਉਹਨਾਂ ਨੇ ਕਾਫੀ ਬਰੋਡ ਵਿਊ ਨਾਲ ਲਿਖੀ ਹੈਗੀ ਹੈ। ਸੋ ਜੇ ਤੁਸੀਂ ਪੰਜਾਬ ਨੂੰ ਸਮਝਣਾ ਹੈ, ਪੰਜਾਬ ਨੂੰ ਸਰਵ ਕਰਨਾ ਹੈ, ਪੰਜਾਬੀਅਤ ਸਮਝਣੀ ਹੈਗੀ ਹੈ, ਸੋ ਇਹ 2 ਚੀਜ਼ਾਂ ਪੜ੍ਹਨੀਆਂ ਮੇਰੇ ਅਕੋਰਡਿੰਗ ਜ਼ਰੂਰੀ ਹੈ। ਸੋ ਫਸਟ ਜੋਗ੍ਰਾਫੀ, ਹਿਸਟਰੀ, ਫਿਰ ਤੁਸੀਂ 1947 'ਚ ਦੇਸ਼ ਆਜ਼ਾਦ ਹੋਇਆ, ਫਿਰ ਆਪਾਂ ਸਮਝਦੇ ਹਾਂ ਜੀ ਕਿ ਉਹ ਦੇਸ਼ ਕਿਵੇਂ ਚੱਲੂਗਾ ਜੋ ਆਪਾਂ ਆਜ਼ਾਦ ਕਰਾ ਲਿਆ, ਸੰਵਿਧਾਨ ਕੀ ਹੈ, ਫਿਰ ਆਪਾਂ ਸੰਵਿਧਾਨ ਕੀ ਹੈ, ਆਪਾਂ ਪੋਲੀਟੀਕਲ ਸਟਰਕਚਰ ਹੀ ਲੈ ਕੇ ਆਉਣਾ ਹੈ, ਆਪਾਂ ਪ੍ਰੈਜ਼ੀਡੈਂਟ ਰੂਲ ਕਿਉਂ ਨਹੀਂ ਰੱਖਿਆ, ਜੇ ਡੈਮੋਕ੍ਰੇਸੀ ਵੀ ਰੱਖੀ ਸੀ ਤੇ US ਵਾਂਗੂ ਪ੍ਰੈਜ਼ੀਡੈਂਟ ਰੂਲ ਕਿਉਂ ਨਹੀਂ ਰੱਖਿਆ, ਫਰਾਂਸ ਵਾਂਗੂ, ਆਪਾਂ ਬ੍ਰਿਟਿਸ਼ ਵਾਂਗੂ ਪਾਰਲੀਮੈਂਟਰੀ ਰੂਲ ਕਿਉਂ ਰੱਖਿਆ, ਕਿ ਉਹ ਸਿਰਫ ਬ੍ਰਿਟਿਸ਼ਰਸ ਸਾਡੇ 'ਤੇ ਰਾਜ ਕਰਦੇ ਸੀ ਇਸ ਕਰਕੇ ਕਿ ਸਾਡੀ ਸੁਸਾਇਟੀ ਵੀ ਉਹਨੂੰ ਛੇਤੀ ਐਕਸੈਪਟ ਕਰ ਲੈਂਦੀ, ਅਤੇ ਉਹਨੂੰ ਸੁਸਾਇਟੀ ਨੂੰ ਵੀ ਪਾਰਲੀਮੈਂਟ ਸਿਸਟਮ ਦੀ ਰਿਕੁਆਇਰਮੈਂਟ ਸੀ। ਉਹਦੇ ਫਲॉस ਕੀ ਨੇ, ਉਹਦੇ ਬੈਨੀਫਿਟਸ ਕੀ ਨੇ ਜੀ, ਇੱਦਾਂ ਦੀਆਂ ਚੀਜ਼ਾਂ। ਫਿਰ ਆਪਾਂ ਪੜ੍ਹਦੇ ਹਾਂ ਜੀ ਕਿ ਸੁਸਾਇਟੀ, ਅੱਗੇ ਆਪਾਂ ਜੋਗ੍ਰਾਫੀ, ਹਿਸਟਰੀ, ਪੋਲਿਟੀ ਪੜ੍ਹ ਰਹੀ, ਫਿਰ ਆਪਾਂ ਸੁਸਾਇਟੀ ਪੜ੍ਹਦੇ ਹਾਂ ਕਿ ਸੁਸਾਇਟੀ 'ਚ ਪ੍ਰੋਬਲਮ ਕੀ ਹੈ ਜੀ। ਆਪਾਂ ਫੀਮੇਲ ਫੀਟੀਸਾਈਡ ਕਿਉਂ ਕਰਦੇ ਹਾਂ, ਸਪੈਸ਼ਲੀ ਪੰਜਾਬ ਵਿੱਚ, ਇਸ ਤੋਂ ਮਤਲਬ ਘਿਨਾਉਣੀ ਚੀਜ਼ ਹੋ ਹੀ ਨਹੀਂ ਸਕਦੀ। ਉਹ ਕਿਉਂ ਜ਼ਿਆਦਾ ਇੱਥੇ ਹੈਗੀ ਹੈ, ਹਰਿਆਣੇ 'ਚ ਕਿਉਂ ਜ਼ਿਆਦਾ ਹੈਗੀ ਹੈ, ਸਾਊਥ 'ਚ ਕਿਉਂ ਨਹੀਂ ਹੈਗੀ, ਇਲਿਟਰੇਸੀ ਕਿੱਥੇ ਕਿਉਂ ਜ਼ਿਆਦਾ ਹੈਗੀ ਹੈ, ਕਾਸਟਿਜ਼ਮ ਕੁਝ ਸਟੇਟਸ 'ਚ ਜ਼ਿਆਦਾ ਹੈ, ਕੁਝ ਸਟੇਟਸ 'ਚ ਘੱਟ ਹੈ। ਉਸ ਤੋਂ ਬਾਅਦ ਰਾਈਟਸ ਕੁਝ ਸਟੇਟਸ 'ਚ ਜ਼ਿਆਦਾ ਹੈ, ਕੁਝ ਸਟੇਟਸ 'ਚ ਘੱਟ ਹੈ, ਕੁਝ ਏਰੀਆਜ਼ 'ਚ ਘੱਟ ਹੈ, ਕੁਝ ਕਿਉਂ ਇੱਦਾਂ ਹੈਗਾ ਉਹਦਾ ਰੀਜ਼ਨ। ਸੋ ਸੋਸਾਇਟੀ ਦੇ ਕੀ ਪ੍ਰੋਬਲਮਸ ਨੇ, ਉਹਨਾਂ ਦੇ ਕੀ ਸੋਲਿਊਸ਼ਨਸ ਨੇ, ਸਰਕਾਰ ਕੀ ਕਰ ਰਹੀ ਹੈ ਇੰਨੇ ਸਾਲਾਂ ਤੋਂ, ਹੁਣ ਕੀ ਕਰ ਰਹੀ ਹੈ,
ਉਹਦੇ ਨਾਲ ਕੀ ਪੋਜ਼ਿਟਿਵ ਇੰਪੈਕਟ ਹੋਇਆ, ਉਹਦੇ 'ਚ ਕੀ ਕਮੀ ਹੈਗੀ ਹੈ, ਉਹਦੇ 'ਚ ਹੋਰ ਕੀ ਕਰ ਸਕਦੇ ਹੈਗੇ ਆ। ਸੋ ਇੱਕ ਅਫਸਰ ਨੂੰ, ਜਿਹੜਾ ਅਫਸਰ ਬਣਨਾ ਚਾਹੁੰਦਾ ਹੈਗਾ, ਉਹਨੂੰ ਸੁਸਾਇਟੀ ਬਾਰੇ ਨੌਲੇਜ ਜ਼ਰੂਰ ਹੋਵੇ। ਜੀ, ਮੈਂ ਅੱਗੇ ਲੈ ਕੇ ਜਾਣਾ ਇਸ ਗੱਲ ਨੂੰ। ਜੀ, ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਬਹੁਤ ਸਾਰੇ ਤੁਸੀਂ ਕੋਚਿੰਗ ਇੰਸਟੀਚਿਊਟ ਨਹੀਂ ਗਏ, ਜਿਹੜਾ ਬੱਚਾ ਘਰ ਬੈਠਾ ਹੈ ਜਾਂ ਉਹ ਕਾਲਜ ਚੋਂ ਨਿਕਲ ਰਿਹਾ ਹੈ, ਜਾਂ ਤੁਸੀਂ ਕਹ ਲਓ ਉਹਨੂੰ ਜਿਹੜਾ ਇਨਵਾਇਰਮੈਂਟ ਚਾਹੀਦਾ ਘਰੇ, ਜਾਂ ਮਾਪਿਆਂ ਦੀ ਕੀ ਸਪੋਰਟ ਚਾਹੀਦੀ ਹੈ, ਇੱਕ ਘਰੇ ਵੀ ਹਵਾ ਪਾਣੀ ਸਹੀ ਚਾਹੀਦਾ ਉਹਨੂੰ, ਉਹ ਕਿਸ ਤਰ੍ਹਾਂ ਦਾ ਮਾਹੌਲ ਚਾਹੀਦਾ। ਕਈ ਵਾਰੀ ਆਂਢ ਗੁਆਂਢ ਵੀ ਕਹਿੰਦਾ ਤੇਰਾ ਹਜੇ ਸੈੱਟ ਹੋਇਆ ਨਹੀਂ ਕੰਮ, ਇਹ ਸ਼ਬਦ ਤੁਹਾਨੂੰ ਕਈ ਵਾਰੀ ਪਿੱਛੇ ਲੈ ਆਉਂਦੇ ਆ। ਕਈ ਵਾਰ ਤੁਹਾਡੇ ਫੇਸ ਆ ਜਾਂਦਾ, ਰੁਕ ਜਾਂਦੇ ਹੋ ਤੁਸੀਂ, ਕਈ ਵਾਰ ਫਸਟ ਅਟੈਂਪਟ ਦੇ ਵਿੱਚ ਪਾਸ ਨਹੀਂ ਵੀ ਹੋਇਆ ਜਾਂਦਾ। ਉਸ ਤਰ੍ਹਾਂ ਦੇ ਫੇਸ ਦੇ ਵਿੱਚੋਂ ਜੇ ਕੋਈ ਬੱਚਾ ਲੰਘ ਰਿਹਾ ਹੈ ਜਾਂ ਲੰਘਣਾ ਪੈ ਸਕਦਾ ਹੈ ਤਾਂ ਉਸ ਟਾਈਮ ਕੀ ਕਰਨਾ ਚਾਹੀਦਾ? ਸੋ ਤੁਸੀਂ ਪਹਿਲੇ ਮੈਨੂੰ ਪੁੱਛਿਆ ਕਿ ਇਨਵਾਇਰਨਮੈਂਟ ਜਾਂ ਘਰੇਲੂ ਇਨਵਾਇਰਨਮੈਂਟ, ਖਾਣਾ ਪਾਣੀ, ਸਪੋਰਟ। ਸੋ ਜਦੋਂ ਮੈਂ ਤਿਆਰੀ ਸ਼ੁਰੂ ਕੀਤੀ, ਜਿਨ੍ਹਾਂ ਨੇ ਮੈਨੂੰ ਸਪ੍ਰਿੰਟ ਵਾਲੀ ਗੱਲ ਕਹੀ ਸੀ ਜੀ, ਉਹਨਾਂ ਨੇ ਦੋ ਗੱਲਾਂ ਕਹੀਆਂ ਸੀ ਮੈਨੂੰ, ਬਹੁਤ ਸਿਆਣੀਆਂ। ਇੱਕ ਸਪ੍ਰਿੰਟ ਤੇ ਮੈਰਾਥਨ, ਕਿਉਂਕਿ ਇਹ ਮੈਰਾਥਨ ਹੈ, ਤੁਸੀਂ ਲੰਬਾ ਭੱਜਣਾ ਜੀ। ਹੋ ਸਕਦਾ ਤੁਹਾਡਾ ਪਹਿਲੇ ਅਟੈਂਪਟ 'ਚ ਘੱਟੋ ਘੱਟ 1.5 ਸਾਲ ਤਾਂ ਪਹਿਲੇ ਅਟੈਂਪਟ ਦੀ ਤਿਆਰੀ ਨੂੰ ਲੱਗਦਾ। ਜੇ ਪਹਿਲੇ ਅਟੈਂਪਟ 'ਚ ਨਾ ਹੋਇਆ ਤਾਂ 1 ਸਾਲ ਹੋਰ ਲਾ ਲਓ। ਸੋ ਇਹ ਲੰਬੀ ਗੇਮ ਹੈ। ਇਸੀ ਕਰਕੇ ਤੁਸੀਂ ਆਪਣੇ, ਕਿਉਂਕਿ ਤੁਸੀਂ ਉਸ ਉਮਰ 'ਚ ਵੀ ਆ ਚੁੱਕੇ ਹੈਗੇ ਹੋ 22 ਸਾਲ ਔਨਵਰਡਸ, ਕਿ ਤੁਹਾਨੂੰ ਇਹ ਵੀ ਹੁੰਦਾ ਹੈ ਕਿ ਮੈਂ ਘਰਦਿਆਂ ਤੋਂ ਪੈਸੇ ਨਹੀਂ ਲੈਣੇ, ਕੀ ਬਾਤ ਹੈ, ਜਾਂ ਮੇਰੇ ਘਰਦਿਆਂ ਤੋਂ ਪੈਸੇ ਨਹੀਂ ਹੈਗੇ। ਹਰ ਬੰਦੇ ਦੇ ਆਪਣੇ ਸਰਕਮਸਟਾਂਸ ਹੋ ਸਕਦੇ ਨੇ। ਜੇ ਪੈਸੇ ਹੈਗੇ ਵੀ ਹੈ ਤਾਂ ਮੈਂ ਘਰੇ ਬੈਠ ਕੇ ਪੜ੍ਹਨਾ ਹੈ, ਕਿ ਮੈਂ ਦਿੱਲੀ ਜਾ ਕੇ ਪੜ੍ਹਨਾ ਹੈ, ਮੈਂ ਚੰਡੀਗੜ੍ਹ ਜਾ ਕੇ ਪੜ੍ਹਨਾ ਹੈ। ਸੋ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਇਹ ਹੈਗੀ ਹੈ, ਤੁਹਾਡੇ ਕੋਲੇ ਘੱਟੋ ਘੱਟ 1.5 ਸਾਲ ਦਾ ਤੁਹਾਡੇ ਕੋਲੇ ਸਪੋਰਟ ਸਿਸਟਮ ਹੋਵੇ, ਕਿ ਜੇ ਮੈਂ ਇਹ ਚੀਜ਼ ਕਰਨੀ ਹੈਗੀ ਹੈ, ਜੇ ਮੈਂ ਕੋਚਿੰਗ ਲੈਣੀ ਹੈ ਉਹਦਾ ਇੰਨਾ ਖਰਚਾ ਹੈ, ਜੇ ਮੈਂ ਕਿਤੇ ਰਹਿਣਾ ਉਹਦਾ ਇੰਨਾ ਖਰਚਾ ਹੈ, ਜੇ ਮੈਂ ਪੀਜੀ ਲੈਣਾ ਉਹਦਾ ਇੰਨਾ ਖਰਚਾ ਹੈ, ਉਹਦੇ ਖਾਣੇ ਦਾ ਇੰਨਾ ਖਰਚਾ ਹੈ। ਸੋ 1 ਸਾਲ ਦਾ ਸਪੋਰਟ ਬੇਸ ਜ਼ਰੂਰ ਬੰਦਾ ਲੈ ਕੇ ਚੱਲੇ, ਨਹੀਂ ਤੇ ਪੜ੍ਹਾਈ ਟਾਈਮ ਉਹਨੂੰ ਖਿੱਚ ਇਸੀ ਚੀਜ਼ ਦੀ ਤੇ ਟੈਨਸ਼ਨ ਇਸੀ ਚੀਜ਼ ਦੀ ਹੁੰਦੀ ਰਹੇਗੀ ਕਿ ਮੇਰਾ ਸਪੋਰਟ ਬੇਸ ਕਮੀ ਆ ਰਹੀ ਹੈ ਕੋਈ। ਮੈਂ ਜੌਬ ਕਰ ਰਿਹਾ ਸੀ, 1 ਸਾਲ ਮੈਂ ਜੌਬ ਤਾਂ ਕੀਤੀ ਬਿਕੋਜ਼ ਮੈਂ ਆਪਣੇ ਫਾਈਨੈਂਸਿਸ ਇਕੱਠੇ ਕਰਨੇ ਸੀ। ਕੀ ਬਾਤ ਹੈ। ਫਿਰ ਮੈਂ ਜੀ ਐਮਟੈਕ ਨਾਲ ਜੁਆਇਨ ਕੀਤੀ ਬਿਕੋਜ਼ ਇਹ ਇੱਕ ਮੈਨੂੰ ਪਲਾਨ ਬੀ ਵੀ ਮਿਲ ਗਿਆ। ਇਹ ਹੁਣ ਡਿਬੇਟ ਹੈ ਜੀ, ਪਲਾਨ ਬੀ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਇਹ ਵੀ ਇੱਕ ਸਵਾਲ ਹੈ, ਸੋ ਇਹਨੂੰ ਆਪਾਂ ਅੱਗੇ ਲੈ ਕੇ ਚੱਲਾਂਗੇ ਜੀ। ਉਹਦੇ 'ਚ ਮੈਨੂੰ ਸਟਾਈਪੈਂਡ ਆਉਂਦਾ ਸੀ ਤੇ ਸਪੋਰਟ ਬੇਸ ਵੀ ਆਉਂਦਾ ਸੀ, ਸਟਾਈਪੈਂਡ ਵੀ ਆਉਂਦਾ ਸੀ। ਹੁਣ ਸੋ ਸਪੋਰਟ ਬੇਸ ਇਜ਼ ਵੈਰੀ ਇੰਪੋਰਟੈਂਟ, ਉਹਦੀ ਪਲੈਨਿੰਗ ਇੱਕ ਵਾਰ ਕਰ ਲੈਣੀ ਚਾਹੀਦੀ ਹੈ। ਜਦੋਂ ਨੈਪੋਲੀਅਨ ਤੇ ਹਿਟਲਰ, ਇਹਨਾਂ ਨੇ ਪੂਰਾ ਯੂਰਪ ਜਿੱਤ ਲਿਆ ਸੀ, ਇਹ ਤਾਂ ਹਾਰੇ ਸੀ ਬਿਕੋਜ਼ ਇਹ ਜਦੋਂ ਰਸ਼ੀਆ ਤੇ ਅਟੈਕ ਕੀਤਾ, ਇਹਨਾਂ ਦੀ ਜਿਹੜੀ ਸਪੋਰਟ ਲਾਈਨ ਸੀਗੀ, ਲੌਜਿਸਟਿਕ ਲਾਈਨ ਸੀਗੀ, ਉਹ ਫੇਲ ਹੋ ਗਈ ਸੀ। ਕੀ ਬਾਤ, ਬੈਕਅਪ ਖਰਾਬ ਹੋ ਗਿਆ ਸੀਗਾ। ਇੰਨੀ ਠੰਡ 'ਚ ਜਾ ਕੇ ਤੁਸੀਂ ਰਸ਼ੀਆ 'ਚ ਲੜਨਾ, ਤੁਹਾਨੂੰ ਬੜੀ ਲੌਂਗ ਸਪਲਾਈ ਲਾਈਨ ਚਾਹੀਦੀ ਹੈਗੀ ਹੈ, ਉਹ ਟੁੱਟੀ। ਉਹਦਾ ਮੇਜਰ ਰੀਜ਼ਨ ਇਹਨਾਂ ਦੀ ਹਾਰ ਦਾ ਉਹ ਸੀਗਾ। ਸੋ ਜਦੋਂ ਤੁਸੀਂ ਇਹ ਜੰਗ ਲੜਨੀ ਹੈਗੀ ਹੈ, ਇਹਦੇ 'ਚ ਸਵਾਦ ਵੀ ਬਹੁਤ ਹੈ, ਬਟ ਇੱਕ ਸਪੋਰਟ ਬੇਸ ਚਾਹੀਦਾ, ਉਹਦੀ ਪਲੈਨਿੰਗ ਬਹੁਤ ਜ਼ਰੂਰੀ ਹੈ। ਦੂਸਰਾ, ਕਿੱਥੇ ਪੜ੍ਹਨਾ ਚਾਹੀਦਾ, ਇਹ ਮੇਰਾ ਪਰਸਨਲ ਵਿਊ ਹੈ। ਹੁਣ ਆਪਾਂ ਜਦੋਂ ਕਾਲਜਸ 'ਚ ਹੁੰਦੇ ਹਾਂ ਸਾਰੇ, ਕੋਈ ਲਾਇਬ੍ਰੇਰੀ ਬੈਠ ਕੇ ਪੜ੍ਹਦਾ ਹੈ, ਕੋਈ ਪਾਰਕ 'ਚ ਗਾਰਡਨ 'ਚ ਬਹਿ ਕੇ ਪੜ੍ਹਦਾ ਹੈ, ਕੋਈ ਆਪਣੇ ਹੋਸਟਲ ਦੇ ਕਮਰੇ 'ਚ ਬਹਿ ਕੇ ਪੜ੍ਹਦਾ ਜੀ। ਮੇਰਾ ਪਰਸਨਲ ਮੰਨਣਾ ਇਹ ਹੈਗਾ, ਮੈਂ ਦੋ ਦੇ ਲੌਜਿਕ ਦਊਂਗਾ, ਇੱਕ ਸਪਿਰਿਚੁਅਲ, ਇੱਕ ਪ੍ਰੈਕਟੀਕਲ। ਮੇਰਾ ਮੰਨਣਾ ਹੈ ਕਿ ਲਾਇਬ੍ਰੇਰੀ ਬੈਠ ਕੇ ਪੜ੍ਹਨਾ ਚਾਹੀਦਾ ਹੈ। ਮੈਂ ਏਸੀ ਜੋਸ਼ੀ ਲਾਇਬ੍ਰੇਰੀ ਪੀਏ ਨੂੰ ਆਪਣਾ ਰੱਬ ਮੰਨਦਾ, ਬਿਕੋਜ਼ ਆਈ ਥਿੰਕ ਨਾਰਥ ਇੰਡੀਆ 'ਚ ਮੈਂ ਨਹੀਂ ਦੇਖਿਆ ਕਿ 24 ਆਰ ਰੀਡਿੰਗ ਰੂਮ ਹੋਵੇ, ਜਿੱਥੇ ਤੁਸੀਂ ਰਾਤੀ 1 ਵਜੇ ਵੀ ਬੈਠੇ ਹੋ ਤੇ ਸੇਫਟੀ ਨਾਲ ਬੈਠੇ ਹੈਗੇ ਹੋ, 40-50 ਬੱਚੇ ਬੈਠ ਕੇ ਪੜ੍ਹ ਰਹੇ ਆ। ਹੁਣ ਸਪਿਰਿਚੁਅਲ ਰੀਜ਼ਨ ਕੀ ਹੈਗਾ ਜੀ, ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਰੱਬ ਦੀ ਭਗਤੀ ਸਤਸੰਗ 'ਚ ਚੰਗੀ ਹੁੰਦੀ ਹੈ। ਕੀ ਬਾਤ ਹੈ। ਤਾਂ ਹੀ ਆਪਾਂ ਗੁਰਦੁਆਰੇ ਜਾ ਕੇ ਪਾਠ ਕਰਦੇ ਹਾਂ ਤੇ ਜਗਰਾਤਾ ਹੁੰਦਾ, ਸਾਰੇ ਇਕੱਠੇ ਪੂਜਾ ਕਰਦੇ ਨੇ। ਇਸੀ ਤਰ੍ਹਾਂ ਜਦੋਂ ਤੁਸੀਂ ਲਾਇਬ੍ਰੇਰੀ ਬੈਠੇ ਹੋ ਨਾ, ਤੇ ਤੁਸੀਂ ਜ਼ਿਆਦਾ ਮੋਟੀਵੇਟ ਹੁੰਦੇ ਹੋ, ਉੱਥੇ ਸ਼ੋਰ ਸ਼ਰਾਬਾ ਨਹੀਂ ਹੁੰਦਾ। ਆਈ ਰਿਮੈਂਬਰ ਮੈਂ ਨਵਾਂ ਪੀਯੂ ਗਿਆ ਤੇ ਮੈਂ ਲਾਇਬ੍ਰੇਰੀ ਬੈਠਾ, ਮੇਰੇ ਨਾ ਆਈ ਵਾਜ਼ ਥੋੜਾ ਅੱਛਾ, ਯੂ ਆਲਸੋ ਕੰਪੀਟ ਜੀ। ਬਾਅਦ 'ਚ ਮੈਨੂੰ ਮੇਰੇ ਤੋਂ ਜੂਨੀਅਰਸ ਹੈਗੇ, ਦੇ ਯੂਜ਼ ਟੂ ਟੈਲ ਮੀ ਕਿ ਅਸੀਂ ਤੁਹਾਨੂੰ ਦੇਖ ਕੇ ਕੰਪੀਟ ਕਰਦੇ ਸੀ, ਕਿ ਕਿਤੇ ਦੇਖਣਾ ਨਹੀਂ, ਕਿਸੇ ਨਾਲ ਗੱਲ ਨਹੀਂ ਕਰਨੀ। ਸੋ ਜਦੋਂ ਮੈਂ ਨਵਾਂ ਗਿਆ, ਮੇਰੇ ਸਾਹਮਣੇ ਇੱਕ ਭਾਜੀ ਬੈਠੇ ਹੁੰਦੇ ਸੀਗੇ ਦੂਸਰੇ ਟੇਬਲ 'ਤੇ, ਉਹ ਬਹੁਤ ਹੀ, ਉਹਨਾਂ ਨੇ ਅੱਖ ਹੀ ਨਹੀਂ ਚੱਕਣੀ। ਅਤੇ ਇੱਕ ਵਾਰ ਉਹ ਮੇਰੇ ਨਾਲ ਆ ਕੇ ਬੈਠੇ, ਮੈਂ ਦੇਖ ਰਿਹਾ ਉਹਨਾਂ ਦੇ ਨਾ ਉਹ ਪੜ੍ਹ ਰਹੇ ਸੀਗੇ ਇੰਡੀਆ ਪਾਕਿਸਤਾਨ ਜਾਂ ਸਿਕਿਉਰਿਟੀ ਰਿਲੇਟਡ ਚੀਜ਼ਾਂ ਪੜ੍ਹ ਰਹੇ ਸੀਗੇ। ਅਤੇ ਮੈਂ ਕਿਹਾ ਇਹ ਤਾਂ ਆਪਣਾ ਕੰਪੀਟੀਸ਼ਨ ਹੈਗੇ ਨੇ,
ਇਹਨਾਂ ਨੇ ਵੀ ਨਾਲ ਕੰਪੀਟ ਦੇਣਾ, ਜੇ ਭਾਜੀ ਇਹਨਾਂ ਪੜ੍ਹ ਰਿਹਾ ਸਾਨੂੰ ਵੀ ਇਹਨਾਂ ਪੜ੍ਹਨਾ ਪੈਣਾ। ਫਿਰ ਆਪਾਂ ਹੋਰ, ਕਿਉਂਕਿ ਲਾਇਬ੍ਰੇਰੀ ਵੀ ਕੋਈ ਆ ਜਾ ਰਿਹਾ, ਫੁੱਟਸਟੈਪਸ ਦੀ ਆਵਾਜ਼ ਆ ਰਹੀ ਹੈ, ਤੁਸੀਂ ਡਿਸਟਰੈਕਟ ਹੁੰਦੇ ਹੋ, ਸੇ ਉੱਥੋਂ ਦੀ ਮੈਂ ਡਿਸਟਰੈਕਟ ਹੋਣਾ ਬੰਦ ਹੋ ਗਿਆ, ਉਹ ਭਾਜੀ ਦੀ ਦੇਣਾ ਮੈਨੂੰ। ਤੇ ਜਦੋਂ ਬਾਹਰ ਇੱਕ ਵਾਰ ਚਾਹ 'ਤੇ ਮਿਲੇ, ਮੈਂ ਪੁੱਛਿਆ, ਦੈਨ ਹੀ ਟੋਲਡ ਮੀ, ਅਸੀਂ ਵੀ ਆਰ ਵੈਰੀ ਗੁੱਡ ਫਰੈਂਡਸ ਨਾਓ, ਹੀ ਟੋਲਡ ਮੀ ਉਹ ਮੇਜਰ ਸੀਗੇ ਆਰਮੀ 'ਚ, ਉਹਨਾਂ ਦਾ ਕਰਨਲ ਦਾ ਐਗਜ਼ਾਮ ਸੀਗਾ। ਕੀ ਬਾਤ ਹੈ। ਤੇ ਉਹਦੀ ਤਿਆਰੀ ਕਰ ਰਹੇ ਸੀ। ਕੀ ਬਾਤ ਹੈ। ਸੋ ਯੂ ਆਰ ਨਾਟ ਕੰਪੀਟਿੰਗ ਬਟ ਯੂ ਗੈਟ ਪ੍ਰੇਰਨਾ। ਦੂਸਰੀ ਚੀਜ਼ ਹੈ ਜੀ ਕਿ ਜਦੋਂ ਤੁਸੀਂ ਘਰੇ ਬੈਠੇ ਹੋ ਨਾ, ਘਰੇ ਤੁਹਾਡੇ ਆਰਾਮ ਵੀ ਹੈ, ਘਰ ਦੇ ਕੰਮ ਵੀ ਹੈ, ਦੋਵੇਂ ਚੀਜ਼ਾਂ ਨੇ। ਤੇ ਜਦੋਂ ਤੁਸੀਂ ਰੋਜ਼ ਦੇ ਜੇ ਤੁਸੀਂ 10 ਘੰਟੇ ਪੜ੍ਹ ਰਹੇ ਹੋ, ਤੁਸੀਂ ਪਹਿਲੇ 20 ਕੁ ਦਿਨ 10 ਘੰਟੇ ਪੜ੍ਹੋਗੇ, ਫਿਰ 9 ਤੇ ਆਓਗੇ, ਫਿਰ 8 ਤੇ ਆਓਗੇ, ਫਿਰ 7 ਤੇ ਆ ਜਾਓਗੇ, ਫਿਰ 7 ਘੰਟੇ ਕੁਝ ਦਿਨ ਪੜ੍ਹ ਕੇ ਫਿਰ ਸ਼ਾਇਦ ਤੁਸੀਂ 10 ਤੇ ਆ ਜਾਓ। ਲਾਇਬ੍ਰੇਰੀ ਕੀ ਹੁੰਦਾ ਜੀ, ਲਾਇਬ੍ਰੇਰੀ ਤੁਸੀਂ ਨਾ ਉੱਥੇ ਤੁਹਾਨੂੰ ਕੋਈ ਡਿਸਟਰਬ ਕਰਨ ਵਾਲਾ ਨਹੀਂ ਹੈ, ਤੁਹਾਡੇ ਬੈੱਡ ਨਹੀਂ ਪਿਆ ਨੇੜੇ ਤੁਹਾਡੇ ਘਰ ਦੇ, ਇਹ ਨਹੀਂ ਹੈਗਾ ਭੁੱਖ ਲੱਗੀ ਮੈਂ ਕਿਚਨ 'ਚ ਜਾ ਕੇ ਰੋਟੀ ਖਾ ਲਵਾਂ ਹੁਣ। ਸੋ ਉੱਥੇ ਜੀ ਤੁਸੀਂ ਜਿਵੇਂ ਜਿਮ 'ਚ ਸੈੱਟ ਲਾਈਦੇ ਆ, ਇਹ ਮੈਨੂੰ ਵੀ ਮੇਰੇ ਜਿਹੜੇ ਮੈਂਟਰ ਸੀਗੇ, ਮੇਰੇ ਗੁਰੂ ਸੀਗੇ ਕਈ ਸਾਹਿਬ, ਉਹਨਾਂ ਨੇ ਗੁੜਤੀ ਦਿੱਤੀ ਸੀ ਕਿ ਜਿਵੇਂ ਜਿਮ 'ਚ ਸੈੱਟ ਲਾਉਂਦੇ ਨਾ ਲੋਕੀ, ਕਿ ਹੁਣ ਮੈਂ 10 ਵਾਰ ਪੁਸ਼ਅਪਸ ਮਾਰਨੇ ਆ, ਐਵੇਂ ਹੀ ਆਪਾਂ ਸੈਟਅਪ ਰੱਖ ਲੈਂਦੇ 3 ਘੰਟੇ ਦਾ, ਕਿਉਂਕਿ ਐਗਜ਼ਾਮ 3 ਘੰਟੇ ਦਾ ਜੀ। ਇਸ ਕਰਕੇ ਤੁਹਾਡੇ ਮਾਈਂਡ ਦੀ ਜਿਹੜੀ ਕਪੈਸਿਟੀ ਹੋਣੀ ਚਾਹੀਦੀ ਹੈ ਕੰਮ ਕਰਨ ਦੀ, ਉਹ 3.25 ਘੰਟੇ 3.5 ਘੰਟੇ ਦੀ ਹੋਵੇ। ਸੋ ਕਹਿੰਦੇ ਸੀ 3.25 ਘੰਟੇ ਦੇ ਸੈੱਟ ਲਾਓ, ਅੱਧੇ ਪੌਣੇ ਘੰਟੇ ਦੀ ਬ੍ਰੇਕ ਲਓ, ਫਿਰ 3.25 ਘੰਟੇ ਫਿਰ ਬੈਠ ਜਾਓ। ਤੇ ਜੇ ਤੁਸੀਂ ਦਿਨ ਦੇ ਇੱਦਾਂ ਦੇ 4 ਸੈੱਟ ਵੀ ਲਾ ਲਏ, ਗਿਵਨ ਤੁਸੀਂ ਜੌਬ 'ਤੇ ਹੋ, ਤੁਸੀਂ M.Tech ਕਰ ਰਹੇ ਹੋ ਜਾਂ ਤੁਸੀਂ ਘਰੇ ਬੈਠੇ ਹੋ, ਜਿੰਨੇ ਸੈੱਟ ਤੁਸੀਂ ਲਾ ਸਕਦੇ ਹੋ ਤੇ ਵੀ ਡਨ ਵਿਦ ਇਟ। ਹੁਣ ਪਲਾਨ B ਤੇ ਆਈਏ ਜੀ। ਪਲਾਨ B ਕਿਉਂ ਜ਼ਰੂਰੀ ਹੈ ਤੇ ਰੱਖਣਾ ਚਾਹੀਦਾ ਕਿ ਨਹੀਂ ਰੱਖਣਾ ਚਾਹੀਦਾ? ਇਹਦਾ ਜੀ ਹਰ ਬੰਦੇ ਦੀ ਸਰਕਮਸਟੈਂਸਸ 'ਤੇ ਹੈ। ਮੇਰਾ ਇਹ ਮੰਨਣਾ ਹੈ ਕਿ ਅਗੇਨ ਜਿਨ੍ਹਾਂ ਨੇ ਮੈਨੂੰ ਸਪ੍ਰਿੰਟ ਵਾਲੀ ਗੱਲ ਕਹੀ ਸੀ, ਉਹਨਾਂ ਨੇ ਇੱਕ ਹੋਰ ਗੱਲ ਮੇਰੇ ਨਾਲ ਸ਼ੇਅਰ ਕੀਤੀ ਸੀ ਕਿ ਇਹਦੇ 'ਚ ਨਾ ਜਨੂਨ ਚਾਹੀਦਾ, ਸਣਕਪੰਤੀ ਚਾਹੀਦੀ ਹੈ ਥੋੜ੍ਹੀ। ਕੀ ਬਾਤ ਹੈ। ਤਿਆਰੀ ਕਰਨ ਲਈ ਕਿ ਜੇ ਤੁਸੀਂ ਸਾਲ ਪੜ੍ਹੀ ਜਾਣਾ ਹੈ 10-10 ਘੰਟੇ 12-12 ਘੰਟੇ 100 ਪੇਜ ਰੋਜ਼ ਦੇ, ਥੋੜ੍ਹੀ ਜਿਹੀ ਸਣਕੀਪੰਤੀ ਚਾਹੀਦੀ ਹੈਗੀ ਹੈ। ਜੇ ਮੈਨੂੰ ਹੁਣ ਮੇਰੇ ਇੱਦਾਂ ਦੇ ਦੋਸਤ ਜਾਣਦੇ ਨੇ ਜੀ ਜਿਨ੍ਹਾਂ ਨੇ ਇੱਕ ਹਰਿਆਣੇ ਦਾ ਪੇਪਰ ਦੇ ਲਿਆ, 6 UPSC ਦੇ ਲਏ, 4 PCS ਦੇ ਲਏ, 11ਵੇਂ ਅਟੈਂਪਟ 'ਚ ਜਾ ਕੇ ਉਹ ਸਿਲੈਕਸ਼ਨ ਹੋਈ। ਇੱਕ ਹੋਰ ਜਾਣਦੇ ਨੇ ਜੀ, ਉਹਨਾਂ ਨੇ 2 PCS ਦਿੱਤੇ, ਇੱਕ ਹਿਮਾਚਲ ਦਿੱਤਾ, 6ਵੇਂ UPSC 'ਚ ਜਾ ਕੇ ਉਹਨਾਂ ਦੀ ਸਿਲੈਕਸ਼ਨ ਹੋ ਗਈ। ਹੀ ਇਜ਼ ਐਨ IPS ਆਫਿਸਰ ਨਾਓ। ਸੋ ਜੇ ਤੁਸੀਂ 10 ਸਾਲ ਪੜ੍ਹਨਾ, ਇੰਨਾ ਲੰਬਾ ਤੁਸੀਂ ਪੜ੍ਹਨਾ ਹੈ, ਤੁਹਾਡੇ 'ਚ ਜਨੂਨ ਸਣਕਪੰਤੀ ਹੋਣੀ ਚਾਹੀਦੀ ਹੈ ਕਿ ਮੈਂ ਕਰਨਾ ਹੈ। ਸੋ ਪਲਾਨ B ਤੁਹਾਡੇ ਸਰਕਮਸਟੈਂਸਸ ਉੱਤੇ ਹੈਗਾ ਜੀ। ਮੈਂ ਪਲਾਨ B ਤਾਂ ਰੱਖਿਆ ਬਿਕੋਜ਼ ਰੱਬ ਦੀ ਮਿਹਰ ਸੀਗੀ ਜੀ ਕਿ ਮੈਂ ਇੱਕ ਗੇਟ ਦਾ ਐਗਜ਼ਾਮ ਦਿੱਤਾ ਸੀਗਾ, ਮੈਂ ਵੈਨ ਆਈ ਵਾਜ਼ ਇਨ ਕਾਲਜ ਫਾਈਨਲ ਈਅਰ। ਉਹਦਾ ਜੀ ਸਕੋਰ ਮੇਰਾ ਚੰਗਾ ਸੀ, ਮੈਂ ਜੌਬ 'ਤੇ ਚਲਾ ਗਿਆ, ਮੈਂ ਐਡਮਿਸ਼ਨ ਨਹੀਂ ਲਈ M.Tech 'ਚ, ਅਤੇ ਜੌਬ ਕੈਂਪਸ ਪਲੇਸਮੈਂਟ ਅੱਛੀ ਹੋ ਗਈ ਸੀ ਜੀ। ਅਤੇ ਜਦੋਂ ਜੌਬ ਛੱਡਣ ਦਾ ਸੋਚਿਆ 1 ਈਅਰ ਬਾਅਦ, ਇੱਕ ਸੀਨੀਅਰ ਨਾਲ ਗੱਲ ਹੋ ਰਹੀ ਸੀਗੀ ਜੀ, ਉਹਨਾਂ ਨੇ ਮੈਨੂੰ ਦੱਸਿਆ, ਦੇਖੋ ਜੀ ਸੀਨੀਅਰ ਤੁਹਾਨੂੰ ਗਾਈਡ ਬਹੁਤ ਕਰਦਾ, ਉਹਨਾਂ ਨੇ ਉਹਨੂੰ ਦੱਸਿਆ ਕਿ ਯਾਰ ਤੇਰੇ ਕੋਲ ਗੇਟ ਦਾ ਸਕੋਰ ਪਿਆ। ਮੈਂ ਕਿਹਾ ਹਾਂਜੀ। ਗੇਟ ਦਾ ਸਕੋਰ 2 ਸਾਲ ਲਈ ਵੈਲਿਡ ਹੁੰਦਾ। ਸੋ ਮੈਨੂੰ ਉਹ ਦੂਜੇ ਸਾਲ ਵੀ ਐਡਮਿਸ਼ਨ ਮਿਲ ਗਈ ਉਸੀ ਦੇ ਬੇਸ 'ਤੇ। ਅਤੇ ਉਦੋਂ ਮੇਰੇ ਸਰਕਮਸਟੈਂਸਸ ਮੈਨੂੰ ਅਲਾਓ ਕਰਦੇ ਸੀ ਮੈਂ ਜੌਬ ਛੱਡ ਦੇਵਾਂ। ਮੈਨੂੰ AC ਜੋਸ਼ੀ ਲਾਇਬ੍ਰੇਰੀ ਨਾਲ M.Tech ਦੇ ਨਾਲ ਮਿਲਦੀ ਪਈ ਸੀਗੀ, ਅਤੇ ਸੀਨੀਅਰਸ ਸੀਗੇ ਸਪੋਰਟਿਵ ਉੱਥੇ, ਅਤੇ ਚੰਡੀਗੜ੍ਹ ਮਾਹੌਲ ਬਹੁਤ ਅੱਛਾ ਹੈ ਜੀ। PU ਲਾਇਬ੍ਰੇਰੀ ਚੰਡੀਗੜ੍ਹ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ 'ਚ ਜੇ ਤੁਸੀਂ ਉੱਥੇ ਪੜ੍ਹਦੇ ਪਏ ਹੈਗੇ ਹੋ ਜੀ, ਅਤੇ ਬੰਦਾ ਉੱਥੇ ਜੀ ਡੀਮੋਟੀਵੇਟ ਨਹੀਂ ਹੁੰਦਾ। ਬੰਦਾ ਉੱਥੇ ਜੇ ਤੁਸੀਂ 3 ਘੰਟੇ ਪੜ੍ਹ ਕੇ ਪੌਣਾ ਘੰਟਾ ਸਟੂਸੀ 'ਤੇ ਲਗਾ ਲਓ ਜੀ, ਉੱਥੇ ਰੌਣਕ ਮੇਲਾ ਹੀ ਇੰਨਾ ਹੁੰਦਾ ਜੀ। ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਇੰਨਾ ਵੈਲ ਮੇਨਟੇਨਡ ਹੈ, ਉੱਥੇ ਗ੍ਰੀਨਰੀ ਇੰਨੀ ਹੈਗੀ ਹੈ ਜੀ, ਸਪੋਰਟਸ ਐਕਟੀਵਿਟੀਜ਼ ਇੰਨੀਆਂ, ਸ਼ਾਮੀ ਅੱਧਾ ਘੰਟਾ ਪੌਣਾ ਘੰਟਾ ਜੋਗਿੰਗ ਕਰੋ। ਸੋ ਜੇ ਤੁਹਾਨੂੰ ਇੱਦਾਂ ਦਾ ਪੈਰਾਫਰਨੇਲੀਆ ਮਿਲ ਰਿਹਾ ਹੈਗਾ, ਕੋਈ ਪਲਾਨ ਵੀ ਤੁਸੀਂ ਰੱਖ ਸਕਦੇ ਹੋ, ਦੈਟਸ ਐਨ ਆਪਸ਼ਨ। ਬੱਚੇ ਕਹਿੰਦੇ ਮੈਨੂੰ ਅਕਸਰ ਸਵਾਲ ਆਉਂਦੇ ਜਾਂਦੇ ਰਹਿੰਦੇ, ਸਿਲੇਬਸ ਕਿੱਥੋਂ, ਨੋਟਸ ਚਾਹੀਦੇ ਹੁੰਦੇ ਆ ਕਈ ਤਰ੍ਹਾਂ ਦੇ, ਇਸ ਤਰ੍ਹਾਂ ਦੀਆਂ ਵੀ। ਇੱਕ ਨਾ ਮੈਂ ਇਹਦੇ ਵਿੱਚ ਇੱਕ ਐਡ ਕਰਨਾ, ਕਈ ਚੀਜ਼ਾਂ ਦੇ ਅੰਧ ਵਿਸ਼ਵਾਸ ਵੀ ਇਹਦੇ ਵਿੱਚ, ਜਿਵੇਂ ਹਰ ਕੰਮ 'ਚ ਇੱਕ ਅੰਧ ਵਿਸ਼ਵਾਸ ਜਾਂ ਭਰਮ ਹੁੰਦੇ ਆ। ਤੁਸੀਂ ਕਿਹੜੀ ਚੀਜ਼ ਦੇ ਭਰਮ ਦੇਖਦੇ ਹੋ ਵੀ ਐਵੇਂ ਹੀ ਪਾੜ ਰੱਖਿਆ, ਨਹੀਂ ਹੋਣਾ ਚਾਹੀਦਾ ਵਿੱਚ? ਦੇਖੋ ਜੀ, ਜੇ ਆਪਾਂ ਸੁਪਰਸਟੀਸ਼ਨ, ਭਰਮ ਜਾਂ ਸਪਿਰਿਚੁਅਲਿਟੀ 'ਤੇ ਆਈਏ, ਦੋ ਡਿਫਰੈਂਟ ਚੀਜ਼ਾਂ ਨੇ। ਜਿਹੜੇ ਹੁਣ ਆਪਾਂ ਸਾਡਾ ਸਰਕਲ ਬਣਿਆ ਹੁੰਦਾ ਦੋਸਤਾਂ ਦਾ, ਜਿਹੜੇ ਇਕੱਠੇ ਤਿਆਰੀ ਕਰਦੇ ਸੀ, ਕਿਸੇ ਦਾ ਹੋ ਗਿਆ, ਕਿਸੇ ਦਾ ਨਹੀਂ ਹੋਇਆ, ਕਿਸੇ ਦਾ UPSC ਹੋ ਗਿਆ, ਕੋਈ ਤਹਿਸੀਲਦਾਰ ਲੱਗ ਗਿਆ। ਵੀ ਆਲ ਬਿਲੀਵ ਕਿ UPSC PCSC ਇੱਕ ਇੱਦਾਂ ਦਾ ਐਗਜ਼ਾਮ ਹੈ ਜਿਹੜਾ ਤੁਹਾਨੂੰ ਨਾ ਪਾਠ ਕਰਨ ਨੂੰ ਤਾਂ ਲਾਈ ਦਿੰਦਾ। ਸੋ ਇੱਕ ਭਰਮ ਇਹ ਹੈਗਾ ਜੀ ਕਿ ਕੋਚਿੰਗ ਨੈਸੈਸਰੀ ਹੈ। ਦੂਜਾ ਭਰਮ ਹੈ ਜੀ ਕਿ ਸਾਨੂੰ ਦਿੱਲੀ ਜਾਣਾ ਹੀ ਪੈਣਾ। ਆਈ ਬਿਲੀਵ ਕਿ ਅੱਜ ਦੀ ਡੇਟ 'ਚ ਜੇ ਮੈਂ
7 ਸਾਲ ਪਹਿਲੇ ਜੇ ਮੈਂ ਆਪਣੇ ਆਪ ਨੂੰ ਗਾਈਡ ਕਰ ਰਿਹਾ ਹੁੰਦਾ ਜਾਂ 10 ਸਾਲ ਪਹਿਲੇ ਜਦੋਂ ਮੈਂ ਤਿਆਰੀ ਸ਼ੁਰੂ ਕੀਤੀ ਮੈਂ ਆਪਣੇ ਆਪ ਨੂੰ ਗਾਈਡ ਕਰ ਰਿਹਾ ਹੁੰਦਾ, ਮੈਂ ਜੀ ਆਪਣੇ ਆਪ ਨੂੰ ਇਹੀ ਕਹਿੰਦਾ ਕਿ ਦਿੱਲੀ ਦੂਰ ਸਹੀ, ਦਿੱਲੀ ਦੂਰ ਹੀ ਹੈ, ਦਿੱਲੀ ਦੀ ਜ਼ਰੂਰਤ ਨਹੀਂ ਹੈ। ਅੱਜ ਕੱਲ੍ਹ ਜਿਹੜੀ ਕੋਚਿੰਗ ਹੈਗੀ ਹੈ ਉਹ ਔਨਲਾਈਨ ਪਲੈਟਫਾਰਮਸ 'ਤੇ ਹੀ ਇੰਨੀ ਵਧੀਆ ਅਵੇਲੇਬਲ ਹੈਗੀ ਹੈ ਕਿ ਤੁਸੀਂ ਘਰੇ ਬੈਠੇ ਵੀ ਪੜ੍ਹ ਸਕਦੇ ਹੋ। ਦੂਸਰਾ, ਤੁਸੀਂ ਇੱਕੋ ਟੀਚਰ ਕੋ ਸਾਰੇ ਸਬਜੈਕਟਸ ਨਹੀਂ ਪੜ੍ਹਨੇ ਹੁੰਦੇ। ਤੁਸੀਂ ਹੁਣ ਜਿਵੇਂ ਹਿਸਟਰੀ ਹੈ ਜੀ, ਹਿਸਟਰੀ ਮੇਰੇ ਅਕੋਰਡਿੰਗ ਇੱਕ ਸਟੋਰੀ ਹੈ। ਬਿਲਕੁਲ। ਉਸ ਤੋਂ ਬਾਅਦ ਪੇਪਰ 'ਚ ਏਂਸ਼ੀਅੰਟ ਹਿਸਟਰੀ, ਮਿਡੀਵੀਅਲ ਹਿਸਟਰੀ ਨਹੀਂ ਆਉਂਦੀ ਬਹੁਤੀ। ਸੋ ਜੇ ਮੇਰੇ ਕੋਲ ਟਾਈਮ ਘੱਟ ਹੈਗਾ, ਮੈਂ ਮਾਡਰਨ ਹਿਸਟਰੀ 3 ਵਾਰ ਪੜ੍ਹਾਂ, ਏਂਸ਼ੀਅੰਟ ਤੇ ਮਿਡੀਵਲ ਮੈਂ ਇੱਕ ਵਾਰ ਪੜ੍ਹਾਂ। ਸੋ ਉਹਦੀ ਮੈਨੂੰ ਕੋਚਿੰਗ ਲਾਉਣ ਦੀ ਲੋੜ ਨਹੀਂ ਹੈਗੀ। ਉਹ ਇੱਕ ਕਹਾਣੀ ਹੈਗੀ ਹੈ, ਇੱਕ ਚੰਗੀ ਕਿਤਾਬ ਚੱਕ ਕੇ ਜਿਹੜੇ ਸਾਰੇ ਪੜ੍ਹਦੇ ਪਏ ਨੇ, ਉਹਨੂੰ ਜੇ ਮੈਂ 3 ਵਾਰ ਪੜ੍ਹ ਲੂੰਗਾ ਉਹ ਸਟੋਰੀ ਮੈਨੂੰ ਯਾਦ ਹੋ ਜਾਊਗੀ। ਪੋਲਿਟੀ ਹੈ, ਉਹ ਵੀ ਇੱਕ ਸੰਵਿਧਾਨ ਹੈ, ਉਹ ਇੱਕ ਟੈਕਸਟ ਹੈਗਾ, ਤੁਸੀਂ ਉਹਨੂੰ ਬਾਰ-ਬਾਰ 3 ਵਾਰ ਰੀਡ ਕਰ ਲਓਗੇ, ਤੁਹਾਨੂੰ ਉਹਦੇ ਆਰਟੀਕਲਸ ਯਾਦ ਹੋ ਜਾਣਗੇ ਕਿਹੜੇ ਆਰਟੀਕਲ 'ਚ ਕੀ ਲਿਖਿਆ। ਕੋਚਿੰਗ ਦੀ ਜੇ ਲਗਾਉਣੀ ਹੀ ਹੈ ਕਿਸੇ ਨੇ, ਦੈਨ ਉਹਦੀ ਰਿਕੁਆਇਰਮੈਂਟ ਹੈਗੀ ਹੈ ਜੀ ਜੋਗ੍ਰਾਫੀ ਦੀ ਤੇ ਇਕਨੋਮਿਕਸ ਦੀ, ਬਿਕੋਜ਼ ਇਹ ਕਨਸੈਪਚੁਅਲ ਹੈ। ਬਾਰਿਸ਼ ਕਿਉਂ ਪੈਂਦੀ ਹੈ, ਪਾਣੀ ਪਹਿਲੇ ਇਵੈਪੋਰੇਟ ਹੁੰਦਾ ਹੈ, ਫਿਰ ਉਹ ਬੱਦਲ ਵਿੰਡ ਨਾਲ ਲੱਗੇ ਜਾਂਦਾ, ਫਿਰ ਉਹ ਕੰਡੈਂਸ ਹੁੰਦਾ, ਫਿਰ ਬਾਰਿਸ਼ ਪੈਂਦੀ ਹੈ, ਮੌਨਸੂਨ ਕਿਉਂ ਆਉਂਦੀ ਹੈ, ਸਾਰੀਆਂ ਕਨਸੈਪਚੁਅਲ ਚੀਜ਼ਾਂ ਹੈ। ਕੌਜ਼ੈਲਿਟੀ ਰਿਲੇਟਡ ਹੈ ਇੱਕ ਅੱਧੀ ਚੀਜ਼ ਨਾਲ ਅੱਗੇ ਪਿੱਛੇ। ਇਕਨੋਮਿਕਸ ਇਜ਼ ਜਸਟ ਲਾਈਕ ਦੈਟ, ਇਨਫਲੇਸ਼ਨ ਕਿਉਂ ਹੈ, ਅਨਇੰਪਲੋਇਮੈਂਟ ਕਿਉਂ ਹੈ, ਇਨਵੈਸਟਮੈਂਟ ਵਧੂਗੀ ਕਿਉਂ, FDI ਕਦੋਂ ਵਧੂਗਾ, ਡੈਫਿਸਿਟ ਕਦੋਂ ਵਧੂਗਾ ਸਟੇਟ ਦਾ ਜਾਂ ਕੰਟਰੀ ਦਾ, ਇਹ ਕਨਸੈਪਚੁਅਲ ਹੈ। ਸੋ ਜੇ ਤੁਸੀਂ ਕੋਚਿੰਗ ਲਾਣੀ ਹੈ ਤੁਸੀਂ ਇਹ ਲਾ ਸਕਦੇ ਹੋ, ਬਟ ਇਹ ਵੀ ਘਰੇ ਬੈਠੇ। ਤੇ ਕੋਚਿੰਗ ਇੰਸਟੀਚਿਊਟਸ ਦੀ ਜੀ ਮੈਨੂੰ ਸਭ ਤੋਂ ਥੋੜੀ ਜਿਹੀ ਔਖੀ ਚੀਜ਼ ਇਹ ਲੱਗਦੀ ਹੈ, ਫੀਸ ਬਹੁਤ ਜ਼ਿਆਦਾ ਜੀ। ਆਮ ਬੰਦਾ ਜਿਹੜਾ ਮਿਡਲ ਕਲਾਸ ਨਹੀਂ ਸੋਚ ਸਕਦਾ ਉਹਦੇ ਬਾਰੇ। ਇਟ ਬਿਕਮਸ ਵੈਰੀ ਡਿਫਿਕਲਟ ਜੀ। ਤੁਸੀਂ ਇਸ ਏਜ 'ਤੇ ਜਾ ਕੇ ਤੁਹਾਨੂੰ ਬਹੁਤ ਹੁੰਦਾ ਮੈਂ ਘਰਦਿਆਂ ਤੋਂ ਪੈਸੇ ਲੈਣੇ ਆ ਕਿ ਨਹੀਂ ਲੈਣੇ। ਤੇ ਜੇ ਤੁਸੀਂ ਇੱਕ GS ਦੀ ਕੋਚਿੰਗ ਲਾਉਣੀ ਹੈ, ਉਹਦਾ ਜੀ ਲੱਖ ਰੁਪਇਆ ਫੀਸ ਹੈ ਮਿਨੀਮਮ। ਮੈਨੂੰ ਜੋ ਮਾਰਕੀਟ ਪ੍ਰਾਈਸਿਸ ਦਿੱਲੀ ਚੰਡੀਗੜ੍ਹ ਚੱਲ ਰਹੇ ਨੇ। ਉਸ ਤੋਂ ਬਾਅਦ ਜੀ ਉਹ ਤੁਸੀਂ ਆਪਸ਼ਨਲ ਦੀ ਵੀ ਕੋਚਿੰਗ ਲਾਉਂਦੇ ਹੋ, ਫਿਰ ਤੁਸੀਂ CSET ਦੀ ਵੀ ਲਾਉਂਦੇ ਹੋ। ਸੋ ਮੇਰਾ ਮੰਨਣਾ ਹੈ ਕਿ GS ਦੀ 1.25 ਲੱਖ ਰੁਪਏ ਦੀ ਫੀਸ ਦੇਣ ਦੀ ਬਜਾਏ ਤੁਸੀਂ ਉਹ ਸਬਜੈਕਟਸ ਦੇ ਪਹਿਲੇ ਤਾਂ NCERTs ਬੇਸਿਕ ਕਿਤਾਬਾਂ ਸਾਰਿਆਂ ਦੀ ਪੜ੍ਹ ਕੇ ਤੁਸੀਂ ਇਹ ਦੇਖ ਲਓ ਤੁਹਾਨੂੰ ਕਿਹੜਾ ਸਮਝ ਨਹੀਂ ਆਇਆ, ਉਹਦੀ ਕੋਚਿੰਗ ਲਾ ਲਓ, ਤੇ ਉਹ ਵੀ ਅੱਛੇ ਬੈਸਟ ਟੀਚਰ ਤੋਂ ਲਗਾਓ। ਔਨਲਾਈਨ ਸਾਰੇ ਅਵੇਲੇਬਲ ਹੈ, ਅਨਅਕੈਡਮੀ ਹੈ, ਸਲੀਪੀ ਕਲਾਸਿਸ ਹੈ, YouTube 'ਤੇ ਫ੍ਰੀ ਲੈਕਚਰਸ ਪਏ ਨੇ। ਉਸ ਤੋਂ ਬਾਅਦ ਬਹੁਤ ਸਾਰੇ ਇੰਸਟੀਚਿਊਟਸ ਨੇ ਜਿਹੜੇ ਹੁਣ ਆਪਣੇ ਆਈ ਥਿੰਕ ਸਾਰੇ ਇੰਸਟੀਚਿਊਟਸ ਆਪਣੇ ਔਨਲਾਈਨ ਲੈਕਚਰਸ ਦਿੰਦੇ ਹੀ ਦਿੰਦੇ ਨੇ। ਸੋ ਤੁਸੀਂ ਦੇਖ ਲਓ ਜੀ ਤੁਹਾਨੂੰ ਕਿਹੜਾ ਟੀਚਰ ਸੂਟ ਕਰਦਾ। ਜਿਹੜੇ ਵੀ ਤਿਆਰੀ ਕਰ ਰਹੇ ਨੇ ਜਾਂ ਕਰ ਚੁੱਕੇ ਨੇ ਉਹਨਾਂ ਨੂੰ ਪੁੱਛ ਲਓ ਟੀਚਰ ਕਿਹੜਾ ਬੈਟਰ ਹੈਗਾ। ਨੋਟਸ ਸਾਰੇ ਫ੍ਰੀ ਅਵੇਲੇਬਲ ਹੈ ਜੀ। ਬਿਲਕੁਲ, ਨੋਟਸ ਸਾਰੇ ਫ੍ਰੀ ਔਨਲਾਈਨ ਅਵੇਲੇਬਲ ਨੇ। ਕੋਚਿੰਗ ਇੰਸਟੀਚਿਊਟ ਦੇ ਨੋਟਸ, ਟੌਪਰਸ ਦੇ ਨੋਟਸ, ਹਰ ਸਬਜੈਕਟ ਦੇ ਨੋਟਸ ਇੰਟਰਨੈਟ ਤੋਂ ਲੈ ਲਓ। ਤੁਸੀਂ ਇੰਟਰਨੈਟ ਖੋਲੋ। ਅਸੀਂ ਜਦੋਂ ਤਿਆਰੀ ਕਰ ਰਹੇ ਸੀ ਜੀ, ਘਨਸ਼ਿਆਮ ਥੋਰੀ ਸਰ ਨੇ DC ਜਲੰਧਰ ਰਹੇ ਨੇ ਜੀ। ਹਾਂਜੀ ਬਿਲਕੁਲ। ਸਰ ਨੇ ਕਾਫੀ ਆਈ ਥਿੰਕ 25th ਰੈਂਕ ਆਲ ਇੰਡੀਆ ਅਚੀਵ ਕੀਤਾ ਸੀਗਾ ਜੀ। ਐਂਡ ਸਰ ਦੇ ਬਹੁਤ ਪਿਆਰੇ ਨੋਟਸ ਪਏ ਸੀਗੇ ਜੀ। ਸਰ ਦੇ ਜੋਗ੍ਰਾਫੀ ਆਪਸ਼ਨਲ ਸੀ ਸ਼ਾਇਦ, ਸਰ ਦੇ ਜੋਗ੍ਰਾਫੀ ਦੇ ਨੋਟਸ ਸੀ, ਤੇ ਸਰ ਦੇ GS ਦੇ ਨੋਟਸ ਵੀ ਕਾਫੀ ਅੱਛੇ ਪਏ ਸੀਗੇ। ਅੱਜ ਦੀ ਡੇਟ 'ਚ ਜਿਹੜੇ ਵੀ ਟੌਪਰਸ ਆਉਂਦੇ ਨੇ ਉਹ ਆਪਣੇ ਨੋਟ ਸ਼ੇਅਰ ਕਰ ਦਿੰਦੇ ਨੇ ਜੀ ਔਨਲਾਈਨ। ਅੱਜ ਕੱਲ੍ਹ ਤਾਂ ਸਾਰੇ PDF ਹੁੰਦੇ ਨੇ ਸਭ ਕੋਲੇ। ਤੁਸੀਂ ਜੀ ਜੇ ਕਲਚਰ ਜਾਂ ਹਿਸਟਰੀ ਦੇ ਨੋਟਸ ਕੱਢਣੇ, ਤੁਹਾਨੂੰ ਪਿਛਲੇ 5 ਸਾਲਾਂ ਦੇ 10 ਟੌਪਰਸ ਦੇ ਨੋਟਸ ਇਸ ਟਾਈਮ ਮਿਲ ਜਾਣਗੇ, ਤੇ ਬਹੁਤ ਅੱਛੇ ਨੋਟਸ। ਕਿਹੜੀ ਕਿਤਾਬ ਪੜ੍ਹਨੀ ਹੈ ਸਭ ਕੁਝ ਔਨਲਾਈਨ ਮੈਂਸ਼ਨਡ ਹੈ ਜੀ। ਜਾਨੀ ਹੁਣ ਕੋਈ ਬਾਹਲਾ ਝਮੇਲਾ ਹੈ ਨਹੀਂ, ਤੁਸੀਂ ਸਰ ਮਨ ਨੂੰ ਕੰਸਨਟਰੇਟ ਕਰਨਾ ਤੇ ਥੋੜਾ ਜਿਹਾ ਆਪਣੇ ਆਪ ਤੇ ਕੰਮ ਕਰਨਾ ਜੀ। ਮੇਰੀ ਜੇ ਤਿਆਰੀ ਤੇ ਆਈਏ ਤੇ ਮੇਰੀ ਇੱਕ ਪਰਸਨਲ ਬਿਲੀਫ ਹੈ ਜੀ, ਸਿਲੇਬਸ ਔਖਾ ਨਹੀਂ ਹੈ। 10ਵੀਂ 11ਵੀਂ ਐਟ ਮੈਕਸ 12ਵੀਂ ਲੈਵਲ ਦੀ ਸੋਸ਼ਲ ਸਟੱਡੀਜ਼ ਹੈ ਜੀ। ਠੀਕ ਹੈ ਜੀ। ਹਿਸਟਰੀ, ਜੋਗ੍ਰਾਫੀ, ਪੋਲਿਟੀ, PCS 'ਚ ਥੋੜ੍ਹੀ ਜਿਹੀ ਸਟੈਟਸ ਆ ਜਾਂਦੀ ਹੈ ਜੀ ਐਕਸਟਰਾ ਪੇਪਰ 3 'ਚ। ਜਿਹੜਾ ਪੇਪਰ ਦਾ ਇੰਟਲੈਕਚੁਅਲ ਲੈਵਲ ਹੈ ਉਹ 10ਵੀਂ 11ਵੀਂ 12ਵੀਂ ਦੇ ਸਿਲੇਬਸ ਦਾ ਜੀ। ਉਸ ਤੋਂ ਬਾਅਦ ਜੀ ਇਟਸ ਆਲ ਅਬਾਊਟ ਕਿ ਬਲਕ ਬਹੁਤ ਜ਼ਿਆਦਾ। ਤੁਸੀਂ ਜੇ ਲੈਟਸ ਸੇ ਜੇ ਮੈਂ 7-8 ਮੇਨ ਸਬਜੈਕਟਸ ਗਿਣਾਦਾ, ਹਿਸਟਰੀ, ਪੋਲਿਟੀ ਐਂਡ ਆਲ, ਤੁਸੀਂ ਜੇ ਹਰ ਚੀਜ਼ ਨੂੰ 2 ਮਹੀਨੇ ਲਾਉਣ ਲੱਗ ਪਏ, ਤੇ ਤੁਸੀਂ ਜਦੋਂ 8ਵੇਂ ਤੇ ਪਹੁੰਚੋਗੇ ਜਾਂ 7ਵੇਂ ਤੇ ਪਹੁੰਚੋਗੇ ਤੁਹਾਨੂੰ ਸਾਲ ਟੱਪ ਹੋ ਗਿਆ। ਤੁਹਾਨੂੰ ਯਾਦ ਨਹੀਂ ਹੋਣਾ ਕਿ ਮੈਂ ਜੋ ਜਨਵਰੀ ਫਰਵਰੀ 'ਚ ਹਿਸਟਰੀ ਪੜ੍ਹੀ ਸੀ ਉਹ ਮੈਨੂੰ ਅਗਲੇ ਸਾਲ ਜਨਵਰੀ ਫਰਵਰੀ 'ਚ ਯਾਦ ਹੈ ਕਿ ਨਹੀਂ ਹੈ। ਜੇ ਹੁਣ ਇੱਕ ਬੱਚੇ ਨੂੰ ਗਾਈਡੈਂਸ ਨਹੀਂ ਹੈ, ਉਹ ਮਿਡੀਵੀਅਲ ਹਿਸਟਰੀ ਦੀਆਂ 4 ਕਿਤਾਬਾਂ ਪੜ੍ਹ ਲੇ, ਮਾਡਰਨ ਦੀਆਂ ਦੋ ਪੜ੍ਹ ਲੇ, ਮਿਡੀਵੀਅਲ ਦੀਆਂ ਵੀ 2 ਪੜ੍ਹ ਲੇ, ਉਹ ਵੇਸਟ ਆਫ ਟਾਈਮ ਹੈ। ਸੋ ਇੱਕ ਪਲੈਨਡ ਸਟਰਕਚਰ ਨਾਲ ਕਿ ਜਿਹੜਾ ਉਹ ਬਲਕ ਹੈਗੀ ਹੈ, ਹਰ ਰੋਜ਼ ਤੁਹਾਡੀ ਨਿਊਜ਼ਪੇਪਰ ਵੱਧ ਜਾਣੀ ਹੈ, ਹਰ ਹਫਤੇ ਤੁਸੀਂ ਹਰ ਮਹੀਨੇ ਯੋਜਨਾ ਪੜ੍ਹਨੀ ਹੈਗੀ ਹੈ ਜਾਂ ਕਿਸੇ ਕੋਚਿੰਗ ਦੇ ਨੋਟਸ ਪੜ੍ਹਨੇ ਹੈਗੇ ਆ। ਸੋ ਉਹ ਬਲਕ ਨੂੰ ਤੁਸੀਂ ਕਿਵੇਂ ਮੈਨੇਜ ਕਰਨਾ ਹੈਗਾ, ਤਿਆਰੀ ਉਹਦੇ 'ਤੇ ਆ ਕੇ ਬਹੁਤ ਡਿਪੈਂਡ ਕਰਦੀ ਹੈਗੀ ਹੈ।
ਤੇ ਜੀ। ਇੱਕ ਲਾਸਟ ਚੀਜ਼ ਜਿਹੜੀ ਕੋਚਿੰਗ ਦੀ ਜਿੱਥੇ ਲੋੜ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ ਉਹ ਹੈਗੀ ਹੈ ਜੀ ਟੈਸਟ ਦੇਣਾ। ਤੁਸੀਂ ਜਦੋਂ ਪੜ੍ਹ ਲਿਆ ਉਹਦੇ ਟੈਸਟ ਦੇਣੇ ਬਹੁਤ ਜ਼ਰੂਰੀ ਹੈਗੇ, ਉਹਦੇ ਨਾਲ ਤੁਸੀਂ ਰਿਫਾਈਨ ਹੁੰਦੇ ਹੋ, ਨੌਲੇਜ ਉਹ ਰਿਫਾਈਨ ਭਾਵੇਂ ਹੁੰਦੀ ਇੱਕ ਹੈ। ਦੋ ਥਾਈਂ ਦੇ ਲਓ, ਉਹ ਆਨਲਾਈਨ ਅਵੇਲੇਬਲ ਹੈ ਜੀ। ਦਿੱਲੀ ਦੇ ਜਿਹੜੇ ਬੈਸਟ ਇੰਸਟੀਚਿਊਟ ਨੇ, ਚੰਡੀਗੜ੍ਹ ਦੇ ਬੈਸਟ ਇੰਸਟੀਚਿਊਟ ਨੇ, ਤੁਸੀਂ ਭਾਵੇਂ ਫਾਜ਼ਿਲਕਾ ਬੈਠੇ ਹੋ, ਬਠਿੰਡੇ ਬੈਠੇ ਹੋ, ਤਰਨਤਾਰਨ ਬੈਠੇ ਹੋ, ਤੁਹਾਡੇ ਕੋਲ ਇੰਟਰਨੈਟ ਫੈਸਿਲਿਟੀ ਹੈਗੀ ਹੈ, ਫੋਨ ਤੇ ਸਕੈਨਿੰਗ ਵਧੀਆ ਹੋ ਜਾਂਦੀ ਹੈ। ਉਹਨਾਂ ਨੂੰ ਜੋ ਉਹਨਾਂ ਦੀ ਫੀ ਹੈਗੀ ਹੈ ਦਿੱਤੀ, ਉਹਨਾਂ ਨੇ ਤੁਹਾਨੂੰ ਟੈਸਟ ਭੇਜਤੇ, ਤੁਸੀਂ ਟੈਸਟ ਲਿਖੋ, ਉਹਦੀ ਫੋਟੋ ਖਿੱਚ ਕੇ ਉਹਨਾਂ ਨੂੰ ਭੇਜ ਦਿਓ, ਉਹ ਚੈੱਕ ਕਰਕੇ ਤੁਹਾਨੂੰ ਵਿਦ ਇਨਪੁਟਸ ਵਾਪਸ ਭੇਜ ਦਿੰਦੇ ਆ, ਫਿਰ ਫੋਨ ਵੀ ਕਰਦੇ ਆ ਕਿ ਤੁਹਾਡੀ ਇਹ ਗਲਤੀ ਸੀ, ਇਹਨੂੰ ਠੀਕ ਕਰ ਲਓ। ਇਹ ਬੈਸਟ ਪਾਏ ਹੈ ਇਸ ਗੱਲ ਦਾ। ਹਰ ਇੱਕ ਬੰਦੇ ਦੀ ਸਟ੍ਰੈਟਜੀ ਹੁੰਦੀ ਹੈ। ਮੈਨੂੰ ਇਹ ਲੱਗਦਾ ਹੈ ਜਿਹੜਾ ਦਿੱਲੀ ਨਹੀਂ ਅਫੋਰਡ ਕਰ ਸਕਦਾ, ਚੰਡੀਗੜ੍ਹ ਨਹੀਂ ਅਫੋਰਡ ਕਰ ਸਕਦਾ, ਉਹ ਘਰੇ ਬੈਠ ਕੇ ਪੜ੍ਹਨਾ ਪਸੰਦ ਕਰਦਾ, ਤੇ ਉਹਦੇ ਵਾਸਤੇ ਆਪਸ਼ਨ ਅਵੇਲੇਬਲ ਹੈ ਜੀ। ਨੋਟਸ ਵੀ ਅਵੇਲੇਬਲ ਹੈ, ਕੋਚਿੰਗ ਵੀ ਅਵੇਲੇਬਲ ਹੈ, ਆਨਲਾਈਨ ਟੈਸਟ ਵੀ ਅਵੇਲੇਬਲ ਹੈ ਆਨਲਾਈਨ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਉਮੀਦ ਕਰਦੇ ਹਾਂ ਕਿ ਬੱਚਿਆਂ ਨੇ ਜ਼ਰੂਰ ਇਹ ਤੋਂ ਸੁਣਿਆ ਹੋਊਗਾ। ਆਖਰੀ ਸਵਾਲ ਹੈ ਮੇਰਾ ਤੁਹਾਡੇ ਤੱਕ, ਜਦੋਂ ਇਨਸਾਨ ਇੱਥੋਂ ਤੱਕ ਆ ਜਾਂਦਾ, ਆਪਦੇ ਆਪ ਨੂੰ ਸਕੈਨ ਜ਼ਰੂਰ ਕਰਦਾ ਹੈ ਵੀ ਆਹ ਆਦਤਾਂ, ਆਹ ਗੁਣ ਜਾਂ ਆਹ ਚੀਜ਼ਾਂ ਮੈਨੂੰ ਬਹੁਤ ਕੰਮ ਆਈਆਂ ਜ਼ਿੰਦਗੀ 'ਚ, ਇਹ ਇੱਥੋਂ ਤੱਕ ਲੈ ਕੇ ਆਏ, ਤੁਹਾਡੇ 'ਚ ਕੁਛ ਇਸ ਤਰ੍ਹਾਂ ਦਾ ਖਾਸ ਆਪਦੇ ਆਪ 'ਚ ਕੀ ਦੇਖਦੇ ਹੋ? ਮੇਰਾ ਜਿਹੜਾ ਪਰਸਨਲ ਵਿਊ ਹੈ, ਜਦੋਂ ਮੈਂ ਪੀਯੂ ਲਾਇਬ੍ਰੇਰੀ ਪੜ੍ਹਦਾ ਸੀ, ਮੇਰੇ ਤੋਂ ਜ਼ਿਆਦਾ ਇੰਟੈਲੀਜੈਂਟ ਬੱਚੇ ਵੀ ਬੈਠੇ ਸੀ ਨਾਲ ਤਿਆਰੀ ਕਰਦੇ, ਜਿਹੜੇ ਮੇਰੇ ਤੋਂ ਜ਼ਿਆਦਾ ਹਾਰਡ ਵਰਕਿੰਗ ਵੀ ਸੀ, ਜਿਹੜੇ ਮੇਰੇ ਤੋਂ ਜ਼ਿਆਦਾ ਪਹਿਲੇ ਦੀ ਤਿਆਰੀ ਕਰ ਰਹੇ ਸੀ। ਬਟ ਐਗਜ਼ਾਮ ਮੇਰਾ ਨਿਕਲ ਗਿਆ, ਉਹਨਾਂ ਦਾ ਬਾਅਦ 'ਚ ਨਿਕਲਿਆ ਮੇਰੇ ਤੋਂ। ਉਹਦਾ ਰੀਜ਼ਨ ਮੇਰੇ ਅਕੋਰਡਿੰਗ ਸਿਰਫ ਰੱਬ ਦੀ ਸਵੱਲੀ ਆਖਿਆ। ਡੈਸਟਨੀ ਬਹੁਤ ਜ਼ਰੂਰੀ ਹੈ ਜੀ। ਚੰਗੀ ਸੋਚ ਰੱਖਣੀ ਕਿ ਮੈਂ ਚੰਗਾ ਕੰਮ ਕਰਨਾ, ਜੇ ਮੈਂ ਸਿਲੈਕਟ ਹੋ ਗਿਆ, ਉਹ ਤੁਹਾਨੂੰ ਮੋਟੀਵੇਸ਼ਨ ਵੀ ਦਿੰਦੀ ਹੈ ਤੇ ਉਹ ਤੁਹਾਨੂੰ ਸਿਲੈਕਟ ਵੀ ਕਰਾਉਂਦੀ ਹੈ। ਤੇ ਦੂਸਰੀ ਚੀਜ਼, ਆਈ ਬਿਲੀਵ ਇਟ ਇਜ਼ ਸ਼ੇਅਰ ਹਾਰਡ ਲੱਕ। ਮੈਂ ਉਸ ਤੋਂ ਬਾਅਦ ਜੀ ਸਿਲੈਕਸ਼ਨ ਹੋਣ ਤੋਂ ਬਾਅਦ ਮੈਂ UPSC ਵੀ ਦਿੱਤੀ ਹੈ, ਕੁਡਨਟ ਕਲੀਅਰ। ਅੱਛਾ। ਬਟ ਆਈ ਪਰਸਨਲੀ ਬਿਲੀਵ ਕਿ PCS ਦੇ ਟਾਈਮ ਜੋ ਮੈਂ 1.5 ਸਾਲ ਪੜ੍ਹ ਰਿਹਾ ਸੀ, ਜੋ ਮੇਰਾ ਉਸ ਟਾਈਮ ਪੜ੍ਹਨ ਦੀ ਅਟੈਂਸ਼ਨ ਸਪੈਨ ਸੀ, ਕੰਸਨਟ੍ਰੇਸ਼ਨ ਸੀ, ਮਿਹਨਤ ਸੀ, ਉਹ ਬਾਅਦ ਵਾਲੀ ਮੈਚ ਨਹੀਂ ਕਰ ਪਾਈ। ਉਹਦਾ ਇਟ ਕੈਨ ਬੀ ਇਨ ਮਲਟੀਪਲ ਰੀਜ਼ਨਸ। ਬਟ ਉਸ ਟਾਈਮ ਜਿਹੜਾ ਮੈਂ 1.5 ਸਾਲ ਪੜ੍ਹਿਆ, ਮੈਂ ਹੌਸਟਲ 'ਚ ਮੇਰਾ ਸੋਪ ਖਤਮ ਹੋ ਗਿਆ, ਮਾਈ ਰੂਮਮੇਟ ਵਿਲ ਬ੍ਰਿੰਗ ਇਟ ਕਿ ਨਹੀਂ ਭਈਆ ਆਪ ਪੜ੍ਹ ਰਹੇ ਹੋ, ਆਪ ਪੜ੍ਹ ਲਓ। ਅਤੇ ਉਹ ਜਿਹੜੀ ਹਾਰਡ ਵਰਕ ਅਤੇ ਰੱਬ ਦੀ ਅਕਸਵੱਲੀ, ਅਤੇ ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ ਜੇ ਮੈਂ ਆਪਣੇ ਆਪ ਨੂੰ ਸਕੈਨ ਕਰਾਂ। ਐਂਡ ਮੇਰੀ ਲਾਈਫ ਦੀ ਫਿਲੋਸਫੀ ਹੈਗੀ ਹੈ ਕਿ ਜੀ ਰੱਬ ਦੀ ਅਕਸਵੱਲੀ ਅਤੇ ਬੰਦੇ ਦਾ ਜਿਗਰਾ ਵੱਡਾ। ਕਿਆ ਬਾਤ ਹੈ ਜੀ, ਬਹੁਤ ਚੰਗਾ ਲੱਗਿਆ ਜੀ। ਤੇ ਉਮੀਦ ਕਰਦੇ ਹਾਂ ਬੱਚੇ ਸੁਣ ਕੇ ਇਸ ਰਾਹ 'ਤੇ ਤੁਰਨਗੇ। ਤੁਸੀਂ ਬਹੁਤ ਕੀਮਤੀ ਟਾਈਮ ਦਿੱਤਾ, ਬਹੁਤ ਸ਼ੁਕਰੀਆ, ਧੰਨਵਾਦ। ਥੈਂਕ ਯੂ। ਜਗਦੀਪ ਸਹਿਗਲ ਜੀ ਨਾਲ ਗੱਲਬਾਤ ਕਰਕੇ ਚੰਗਾ ਲੱਗਿਆ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਬੜੀ ਸਰਲ ਭਾਸ਼ਾ 'ਚ ਤੇ ਆਪਦੇ ਅੰਦਰੋਂ ਇਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ। ਉਮੀਦ ਕਰਦੇ ਹਾਂ ਇਸ ਤਰ੍ਹਾਂ ਦੀਆਂ ਮੁਲਾਕਾਤਾਂ ਦੇ ਨਾਲ ਕਿਸੇ ਨਾ ਕਿਸੇ ਨੂੰ ਰਾਹ ਜ਼ਰੂਰ ਦਿਖੂਗਾ। ਦਿਓ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।